ਸ਼ਮਾਦਾਨ ਰੇਡੀਓ ਪੰਜਾਬ ਟੋਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਸ਼ਿਵਿੰਦਰ ਜੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 24 ਮਾਰਚ, ਸਮਾਂ ਸ਼ਾਮ ਦੇ 6:30 ਦਾ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੋਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਾਸ਼ਿੰਗਟਨ ਫਰੇਟ ਸਰਵਿਸ ਸ਼ਟਲ ਵੱਲੋਂ, ਜਿਹੜੇ ਪੰਜਾਬੀ ਅਤੇ ਅੰਗਰੇਜ਼ੀ 'ਚ ਤੁਹਾਡੇ ਲਈ ਡਿਸਪੈਚ ਕਰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ ਸੰਪਰਕ ਕਰ ਲਓ 2063544060। ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਇਹ ਉਹਨਾਂ ਵੀਰਾਂ ਲਈ ਖਾਸ ਕਰਕੇ ਜਿਹੜੇ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤੇ ਓਨਰ ਆਪਰੇਟਰ ਨੇ ਤੇ ਲੋਕਲ ਜੌਬ ਚਾਹੁੰਦੇ ਨੇ ਸ਼ਟਲ ਦੇ ਵਿੱਚ, ਉਹ ਇੱਕ ਵਾਰੀ ਜ਼ਰੂਰ ਕਾਲ ਕਰ ਲੈਣ। ਸੋ ਕੁਛ ਹੋਰ ਵਪਾਰਕ ਸੁਨੇਹੇ ਤੇ ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਆਪਾਂ ਅੱਗੇ ਗੱਲਬਾਤ ਵਧਾਉਣੀ। ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜ ਗਏ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਕਟਾਸ਼ ਬੜੇ ਆ ਰਹੇ ਨੇ। ਇੱਕ ਸ਼ਾਇਰੋ ਸ਼ਾਇਰੀ ਦੇ ਨਾਲ ਕਿਹਾ ਗਿਆ ਕਿ ਸਰ ਇਤਨਾ ਮਤ ਝੁਕਾਓ ਕਿ ਦਸਤਾਰ ਹੀ ਗਿਰ ਪੜੇ ਪਾਉ ਮੇਂ। ਬਿਲਕੁਲ ਜੀ, ਦਰਦੇ ਦਿਲ ਇਹਦਾ ਇਜ਼ਹਾਰ ਕੀਤਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ। ਕਾਂਗਰਸ ਪਾਰਟੀ ਦੀ ਹਾਲਤ ਕੀ ਹੈ, ਆਪਾਂ ਨੂੰ ਪਿਛਲੇ 36 ਘੰਟਿਆਂ ਦੀਆਂ ਖਬਰਾਂ ਤੇ ਥੋੜੀ ਜਿਹੀ ਨਜ਼ਰ ਮਾਰਨੀ ਪੈਣੀ ਹੈ ਜੀ। ਜਾਖੜ ਸਾਹਿਬ ਤੋਂ ਪਹਿਲਾਂ ਮਿਸਟਰ ਸੁਖਜਿੰਦਰ ਸਿੰਘ ਰੰਧਾਵਾ, ਜਿਹੜੇ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਹੈ, ਜਿਹਦੇ ਬਾਪ ਪੰਜਾਬ ਦੀ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹੈ ਜੀ। ਜਿਹੜੇ ਰੰਧਾਵਾ ਸਾਹਿਬ ਕਿਸੇ ਵੇਲੇ ਅੱਖਾਂ ਦੇ ਤਾਰੇ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਦੇ, ਔਰ ਉਹੀ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਬਾਕੀ 2-3 ਸਾਥੀਆਂ ਨਾਲ ਮਿਲ ਕੇ, ਜਿਨ੍ਹਾਂ ਨੂੰ ਮਾਝਾ ਬ੍ਰਿਗੇਡ ਕਿਹਾ ਜਾਂਦਾ ਹੈ ਜੀ ਜੀ, ਉਹਨਾਂ ਦੇ ਨਾਲ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਬੜੇ ਬੇਆਬਰੂ ਹੋकर ਤੇਰੇ ਕੂਚੇ ਸੇ ਨਿਕਲੇ ਹਮ, ਨਿਕਲੇ ਨਹੀਂ, ਕੱਢਣ ਵਾਲਿਆਂ ਦੇ ਵਿੱਚ ਸੀ, ਕੱਢਣ ਵਾਲਿਆਂ ਦੇ ਵਿੱਚ ਸੀਗੇ। ਤੇ ਬੜੇ ਸ਼ਾਨੋ ਸ਼ੌਕਤ ਦੇ ਨਾਲ ਜਦੋਂ ਕੈਪਟਨ ਦੀ ਸੁਨੀਲ ਜਾਖੜ ਦੀ ਥਾਂ ਦੇ ਉੱਤੇ ਪ੍ਰਧਾਨ ਬਣਾਇਆ ਆਪਣੇ ਨਵਜੋਤ ਸਿੰਘ ਸਿੱਧੂ ਨੂੰ ਜੀ, ਜਿਹੜਾ ਅੱਖਾਂ ਦੇ ਸਾਹਮਣੇ ਉਹ ਨਜ਼ਾਰੇ ਲੈ ਕੇ ਆਓ ਸੈਕਟਰ 39 ਦੀਆਂ ਕੋਠੀਆਂ ਦੇ ਵਿੱਚ ਵਜ਼ੀਰਾਂ ਨੂੰ ਕਿਵੇਂ ਬੁਲਾਉਂਦੇ ਫਿਰਦੇ ਸੀ। ਤੇ ਵਿਧਾਨ ਸਭਾ ਦਾ ਸੈਸ਼ਨ ਸਮਾਪਤ ਹੋਣ ਤੋਂ ਬਾਅਦ ਜਦੋਂ ਉਹ ਬਾਹਰ ਨਿਕਲਦੇ ਹੈ ਜੀ, ਮੀਡੀਆ ਵਾਲੇ ਉਹਨਾਂ ਨੂੰ ਘੇਰ ਲੈਂਦੇ ਆ, ਸਵਾਲ ਕਰਦੇ ਆ। ਇੱਕ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਜੀ ਨਵਜੋਤ ਸਿੰਘ ਸਿੱਧੂ, ਤੇ ਜਵਾਬ ਸੁਣੋ ਕੀ ਹੈ ਰੰਧਾਵਾ ਸਾਹਿਬ ਦਾ ਜੀ। ਛੱਡੋ ਯਾਰ, ਉਹਦਾ ਭੋਗ ਪੈ ਗਿਆ। ਕਿਆ ਕਮਾਲ ਹੈ ਕਾਂਗਰਸ ਦਾ। ਇੱਥੇ ਭੋਗ ਪੈ ਵੀ ਰਿਹਾ, ਕਾਂਗਰਸ ਸੁਰਜੀਤ ਵੀ ਹੋ ਰਹੀ ਹੈ। ਕਾਂਗਰਸ ਦੀ ਹਾਲਤ ਕੀ ਹੈ ਜੀ। ਜਾਖੜ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਮੈਨੂੰ ਬਹੁਤ ਗਿਣਤੀ ਵਿਧਾਇਕਾਂ ਵੱਲੋਂ ਕਹਿਣ ਦੇ ਬਾਵਜੂਦ, 42 ਵਿਧਾਇਕਾਂ ਦੇ ਕਹਿਣ ਦੇ ਬਾਵਜੂਦ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਤੇ 2 ਵੋਟਾਂ ਵਾਲੇ ਨੂੰ ਬਣਾਤਾ ਹਾਂਜੀ। ਤੇ ਉਹਨਾਂ ਨੇ ਐਲਾਨ ਕਰਤਾ ਸੀ ਕਿ ਮੈਂ ਸਰਗਰਮ ਸਿਆਸਤ ਤੋਂ ਲਾਂਭੇ ਹੋ ਰਿਹਾ। ਆਪ ਉਹਨਾਂ ਨੇ ਭਾਵੇਂ ਐਲਾਨ ਕਰ ਦਿੱਤਾ ਸੀ, ਲੇਕਿਨ ਗੁਰਜਗਾਂ ਆਪਣੇ ਭਤੀਜੇ ਨੂੰ ਫੜਾ ਦਿੱਤੀ ਜੀ। ਭਤੀਜੇ ਨੂੰ MLA ਬਣਾਤਾ ਤੇ ਭਤੀਜੇ ਦਾ ਬਿਆਨ ਵੀ ਆਇਆ ਕਿ ਜੇ ਮੈਂ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਇਹਦੇ ਵਿੱਚ ਚਾਚਾ ਸ਼੍ਰੀ ਦਾ ਬਹੁਤ ਵੱਡਾ ਜੋ ਢਿੱਲੋਂ ਸਾਹਿਬ ਸਪਾਰਕ ਜਾਉਣ ਲੱਗ ਪਿਆ ਜੀ ਇਹਦੇ ਚ। ਸਪਾਰਕ ਤਾਂ ਫਿਰ ਕਈ ਵਾਰੀ ਆਇਆ। ਹਾਂਜੀ, ਹੁਣ ਦੇਖੋ ਜੀ। ਹਾਂਜੀ। ਉਹਨੇ ਕਿਹਾ ਸੀ ਕਿ ਚਾਚਾ ਸ਼੍ਰੀ ਦਾ ਯੋਗਦਾਨ ਹੈ, ਚਾਚਾ ਸ਼੍ਰੀ ਦੀ ਬਦੌਲਤ ਹੀ ਮੈਂ ਵਿਧਾਨ ਸਭਾ ਦੀਆਂ ਪੌੜੀਆਂ ਲੱਗਣ ਲੱਗਿਆ ਜੀ, ਚੜਨ ਲੱਗਿਆ, ਅੰਦਰ ਵੜਨ ਲੱਗਿਆ।
ਤਾਂ ਹੁਣ ਜਿਹੜਾ ਸਵਾਲ ਇਹ ਪੈਦਾ ਹੁੰਦਾ ਕਿ ਜਾਖੜ ਸਾਹਿਬ ਨੂੰ ਇੰਨਾ ਜਿਹੜਾ ਹੈਗਾ ਕੁਟੱਕੀ ਭਰਿਆ ਰਵੱਈਆ ਕਿਉਂ ਅਪਣਾਉਣਾ? ਢਿੱਲੋਂ ਸਾਹਿਬ ਕਿਵੇਂ ਕੀ ਪ੍ਰੋਬਲਮ ਕੀ ਆ ਰਹੀ ਹੈ ਇਹ? ਪ੍ਰੋਬਲਮ ਤਾਂ ਹੁਣ ਤੁਹਾਨੂੰ ਪਤਾ ਹੋਣਾ, ਪ੍ਰੋਬਲਮ ਤਾਂ ਮੈਂ ਤਾਂ ਆ ਰਿਹਾ ਵਾਪਸ ਆ ਰਿਹਾ ਚੰਡੀਗੜ੍ਹ ਨਹੀਂ, ਤੋਂ। ਹੈਡਫੋਨ ਲੱਗੇ ਕਿ ਸਪੀਕਰ ਕਾਰ ਸਪੀਕਰ ਹੈ? ਨਾ ਮੇਰੇ ਹਾਂਜੀ, ਹੈਡਫੋਨ ਅੱਛਾ ਜੀ ਜੀ, ਹੈਡਫੋਨ ਹੀ ਲੱਗਿਆ ਹੁੰਦਾ, ਰੋਜ਼ ਹੀ ਹੈਡਫੋਨ ਹੁੰਦਾ। ਹਾਂਜੀ ਹਾਂਜੀ ਤਾਂ ਉਹਨੇ ਜਦੋਂ ਇਹ ਗੱਲ ਕਹੀ ਤਾਂ ਇਹਦਾ ਕਾਰਨ ਕੀ ਹੈ, ਇਹਦਾ ਕਹਿਣ ਦਾ ਕਾਰਨ ਕੀ ਹੈ? ਅਸਲ ਦੇ ਵਿੱਚ ਇਹ ਹੈ ਕਿ 5 ਰਾਜਾਂ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਦੁਰਗਤ ਹੋਈ ਹੈ ਜੀ, ਪੰਜਾਬ ਦੀ ਹਕੂਮਤ ਉਹਨਾਂ ਦੇ ਹੱਥੋਂ ਨਿਕਲ ਗਈ। 4 ਸੂਬੇ ਦੇ ਵਿੱਚੋਂ ਜਿਹੜਾ ਇੱਕ ਸੀ ਗੁਜਰਾਤ, ਗੋਆ, ਜੀ, ਜਿੱਥੇ ਮਾੜੇ ਮੋਟੇ ਆਉਣ ਦੇ ਚਾਂਸਸ ਸੀ, ਉੱਥੇ ਉਹ ਚਾਂਸਸ ਖਤਮ ਹੋ ਗਏ। ਤੇ ਜਿਸ ਬੰਦੇ ਨੂੰ ਕਦੇ ਮੁੱਖ ਮੰਤਰੀ ਬਣਾਉਣ ਬਾਰੇ ਸੋਚਿਆ ਵੀ ਨਹੀਂ ਸੀ ਕਾਂਗਰਸ ਪਾਰਟੀ, ਉਸੇ ਬੰਦੇ ਨੂੰ ਮੂਹਰੇ ਲਾ ਕੇ ਬੀਜੇਪੀ ਨੇ ਗੋਆ ਦਾ ਕਿਲਾ ਆਪਦਾ ਫਿਰ ਫਤਿਹ ਕਰ ਲਿਆ। ਜਿਹੜਾ ਬੰਦਾ ਇਸ ਵੇਲੇ ਗੋਆ ਦਾ ਚੀਫ ਮਿਨਿਸਟਰ ਬਣਿਆ ਉਹ ਬੰਦਾ ਵੀ ਪੁਰਾਣਾ ਕਾਂਗਰਸੀ ਹੈ। ਕਾਂਗਰਸ ਨੇ ਸੰਭਾਲਿਆ ਨਹੀਂ ਕਿ ਉਹ ਦੂਜੇ ਪਾਸੇ ਚਲਾ ਗਿਆ। ਜੀ। ਅੱਛਾ, ਹੁਣ ਜਦੋਂ ਲੁਟਿਆ ਉਜੜ ਗਈ ਤਾਂ ਉਹ ਤੋਂ ਬਾਅਦ ਫਿਰ ਬੈਠ ਕੇ ਚਿੰਤਾ ਕਰਨ ਲੱਗੇ ਕਿ ਹੁਣ ਹੋਊਗਾ ਕੀ। ਜੀ। ਸੋਨੀਆ ਗਾਂਧੀ ਨੂੰ ਪੁੱਤ ਤੋਂ ਬਗੈਰ ਕੁਝ ਦਿਖਦਾ ਹੀ ਨਹੀਂ, ਤੇ ਪੁੱਤ ਇੰਨਾ ਕੁ ਕਾਬਲ ਹੈ ਕਿ ਉਹਨੂੰ ਪਤਾ ਹੀ ਨਹੀਂ ਮੈਂ ਕਰਨਾ ਕੀ ਹੈ। ਜੀ। ਉਹ ਕਦੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੰਦੇ ਆ ਤੇ ਕਦੇ ਵਿੱਚ ਵਿਚਾਲਿਓ ਫਿਰ ਲੈ ਕੇ ਆ ਜਾਂਦੇ ਜੀ ਚੰਨੀ ਸਾਹਿਬ ਠੀਕ ਹੈ। ਕਦੇ ਜਿਹੜਾ ਹੈਗਾ ਹਰੀਸ਼ ਚੌਧਰੀ ਨੂੰ ਪੰਜਾਬ ਦਾ ਇੰਚਾਰਜ ਬਣਾ ਦਿੰਦੇ ਆ, ਰੈਵਨਿਊ ਦੀ ਮਿਨਿਸਟਰੀ ਛੁਡਵਾ ਦਿੰਦੇ ਆ ਜੀ। ਜੇ ਕਾਂਗਰਸੀਆਂ ਦੇ ਉੱਤੇ ਇਤਵਾਰ ਕਰੀਏ, ਜਸਵੀਰ ਸਿੰਘ ਡਿੰਪੇ ਹੋਰਾਂ ਦੇ ਕਹਿੰਦੇ ਜੀ ਉਹ ਬਾਰਮੇਡ ਦਾ ਠੱਗ ਲੈ ਗਿਆ ਲੁੱਟ ਕੇ ਸਭ ਕੁਝ, ਤੇ ਹੁਣ ਖਬਰਾਂ ਆ ਰਹੀਆਂ ਕਿ ਉਹਨੂੰ ਵੀ ਹਟਾ ਰਹੇ ਆ, ਕਹਿੰਦੇ ਵੀ ਨਹੀਂ ਇਹ ਠੀਕ ਨਹੀਂ, ਕਿਉਂਕਿ ਜੋ ਕੁਝ ਚਾਹੀਦਾ ਸੀ ਉਹ ਲੈ ਗਿਆ। ਹੁਣ ਉਹਦੇ ਪੱਲੇ ਕੀ ਰਹਿ ਗਿਆ? ਹਾਂ, ਇਹ ਵੀ ਗੱਲ ਸਿਆਣੀ ਹੈ। ਇੱਥੇ ਹੁਣ ਮਤਲਬ ਜਿਹੜਾ ਹੈਗਾ ਸੁੱਕੇ ਆਲਣੇ ਚ ਕੀ ਕਰਨਾ, ਇੱਥੋਂ ਲੈ ਕੇ ਵੋਟ ਤਾਂ ਲੋਕ ਲੈ ਕੇ ਚੱਕ ਕੇ। ਇਹ ਤੋਂ ਬਾਅਦ ਹੁਣ ਸੋਨੀਆ ਗਾਂਧੀ ਸੋਚਣ ਲੱਗੀ ਹੈ ਕਿ G23 ਵਾਲੇ ਜਿਹੜੇ ਲੋਕ ਹੈ ਨਾ ਜੀ, ਜਿਹੜੇ ਸਿਆਣੇ ਬੰਦੇ ਆ, ਉਹਨਾਂ ਨਾਲ ਬੈਠ ਕੇ ਗੱਲ ਕੀਤੀ ਜਾਵੇ, ਜਿਨ੍ਹਾਂ ਨੇ ਇੱਕ ਵੱਖਰੀ ਮੀਟਿੰਗ ਕਰ ਲਈ ਸੀ ਆਪਦੀ ਕਿ ਆਪਾਂ ਭਾਈ ਹੁਣ ਬਹੁਤਾ ਲੰਬਾ ਸਮਾਂ ਰਹਿ ਨਹੀਂ ਸਕਦੇ, ਇਹਨਾਂ ਦੇ ਨਾਲ ਸੋਚੀਏ ਕੁਝ ਕਾਂਗਰਸ ਪਾਰਟੀ ਨੂੰ ਬਚਾਈਏ। ਪਹਿਲਾਂ ਸੋਨੀਆ ਗਾਂਧੀ ਟੈਲੀਫੋਨ ਕਰਦੀ ਹੈ ਗੁਲਾਮ ਨਬੀ ਆਜ਼ਾਦ ਨੂੰ ਜੀ, ਫਿਰ ਭੁਪਿੰਦਰ ਸਿੰਘ ਹੁੱਡਾ ਨੂੰ ਬੁਲਾਉਂਦੇ ਆ ਰਾਹੁਲ ਗਾਂਧੀ, ਮੀਟਿੰਗ ਹੁੰਦੀ ਹੈ ਤੇ ਲੇਟੈਸਟ ਜਿਹੜੀ ਮੀਟਿੰਗ ਹੁੰਦੀ ਹੈ ਉਹ ਮਨੀਸ਼ ਤਿਵਾੜੀ ਨਾਲ ਤੇ ਆਨੰਦ ਸ਼ਰਮਾ ਨਾਲ ਹੁੰਦੀ ਹੈ ਜੀ। ਹੁਣ ਕਿਉਂਕਿ ਮਨੀਸ਼ ਤਿਵਾੜੀ ਨਾਲ ਸੋਨੀਆ ਗਾਂਧੀ ਗੱਲ ਕਰਨ ਲੱਗੀ ਤੇ ਪਹਿਲਾਂ ਮਨੀਸ਼ ਤਿਵਾੜੀ ਨੂੰ ਇਸ ਗੱਲ ਦੇ ਕਾਬਿਲ ਵੀ ਨਹੀਂ ਸੀ ਸਮਝਿਆ ਕਿ ਉਹ ਬੰਦਾ ਪੰਜਾਬ ਦੇ ਵਿੱਚ ਚੋਣ ਪ੍ਰਚਾਰਕਾਂ ਦੀ ਲਿਸਟ ਵਿੱਚ ਪਾਇਆ ਜਾਏ ਜੀ। ਖੈਰ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਕਿ ਮੈਡਮ ਅਸੀਂ ਤੁਹਾਨੂੰ ਨਹੀਂ ਹਟਾਉਣਾ ਚਾਹੁੰਦੇ, ਲੀਡਰਸ਼ਿਪ ਤਬਦੀਲੀ ਦੇ ਹੱਕ ਵਿੱਚ ਅਸੀਂ ਬਿਲਕੁਲ ਨਹੀਂ, ਲੇਕਿਨ ਜਿਹੜੇ ਗੈਰ ਅਧਿਕਾਰਤ ਬੰਦੇ ਫੈਸਲੇ ਲੈਣ ਵਾਲੇ ਆ ਨਾ, ਉਹ ਲਾਵੇਂ ਜ਼ਰੂਰ ਹੋਣੇ ਚਾਹੀਦੇ। ਹਾਂਜੀ। ਤੇ ਜਦੋਂ ਗੈਰ ਅਧਿਕਾਰਤ ਬੰਦਿਆਂ ਦੀ ਆਪਾਂ ਗੱਲ ਕਰਦੇ ਹਾਂ, ਦਾਨੇਵਾਲੀਆ ਸਾਹਿਬ ਆਪਾਂ ਬੜੇ ਵਿਸਥਾਰ ਦੇ ਨਾਲ ਗੱਲ ਕੀਤੀ ਸੀ ਕਿ ਕੈਪਟਨ ਅਮਰਿੰਦਰ ਦੇ ਖਿਲਾਫ ਜਿਹੜੀ ਬਗਾਵਤ ਹੋਈ ਸੀ, ਉਹ ਬਗਾਵਤ ਦੇ ਅਸਲ ਸੂਤਰਧਾਰ ਕੌਣ ਸੀ ਜੀ? ਉਹ ਕੈਂਬਰਿਜ ਵਗੈਰਾ ਦੇ ਜਿਹੜੇ ਪੜ੍ਹੇ ਹੋਏ ਸੀਗੇ, ਜਿਹੜੇ ਇਹਨਾਂ ਦੇ ਐਡਵਾਈਜ਼ਰ ਲੱਗੇ ਆ ਭੈਣ ਭਰਾਵਾਂ ਦੇ, ਪ੍ਰਿੰਕਾ ਦੇ ਤੇ ਰਾਹੁਲ ਦੇ, ਉਹਨਾਂ ਦੀ ਬਦੌਲਤੀ ਹੋਇਆ ਸਾਰਾ ਨਜਲਾ ਉਹਨਾਂ ਤੇ ਹੈ। ਕਿਉਂਕਿ ਕਾਂਗਰਸ ਪਾਰਟੀ ਦੀ ਜਿਹੜੀ ਵੱਡੀ ਕਮਾਂਡ ਹੈ, ਕਮਾਂਡ ਤਾਂ ਹੈ ਨਹੀਂ ਵੈਸੇ ਕਿ ਹਾਈ, ਉਹ ਇਸ ਵੇਲੇ 3 ਖੇਮਿਆਂ ਚ ਵੰਡੀ ਹੋਈ ਹੈ। ਸੋਨੀਆ ਹੋ ਗਈ, ਉਹਦੇ ਐਡਵਾਈਜ਼ਰ ਹੋ ਗਏ ਜੀ, ਰਾਹੁਲ ਹੋ ਗਿਆ, ਉਹਦੇ ਐਡਵਾਈਜ਼ਰ ਹੋ ਗਏ, ਪ੍ਰਿੰਕਾ ਹੋ ਗਈ, ਉਹਦੇ ਐਡਵਾਈਜ਼ਰ ਹੋ ਗਏ, ਉਹਨਾਂ ਦੇ ਵਿੱਚ ਵੰਡੀ ਹੋਈ ਹੈ ਜੀ। ਸੋ ਇਹ ਸਾਰੀ ਐਕਸਰਸਾਈਜ਼ ਚੱਲ ਰਹੀ ਹੈ, ਅਗਲੇ ਦਿਨਾਂ ਦੇ ਵਿੱਚ ਦੇਖਾਂਗੇ ਆਪਾਂ ਕੀ ਹੁੰਦਾ ਹੈ। ਅਜੇ ਤੱਕ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਹੈ ਨਹੀਂ, ਕਿਉਂਕਿ ਉਹਦੇ ਅਸਤੀਫਾ ਲੈ ਰਿਹਾ ਸੀ ਨਵਜੋਤ ਸਿੱਧੂ ਦਾ, ਤੇ ਕੱਲ ਵੀ ਆਪਾਂ ਗੱਲ ਕੀਤੀ ਸੀ ਵਿਰੋਧੀ ਧਿਰ ਦਾ ਆਗੂ ਵੀ ਅਜੇ ਕੋਈ ਉਹਨਾਂ ਨੇ ਆਪਦਾ ਨਹੀਂ ਬਣਾਇਆ। ਪਹਿਲਾ ਸੈਸ਼ਨ ਟੱਪ ਗਿਆ ਤੇ ਦੂਜਾ ਸੈਸ਼ਨ ਸ਼ੁਰੂ ਹੋਊਗਾ ਅਗਲੇ ਦਿਨਾਂ ਚ। ਤਾਂ ਹੁਣ ਜਿਹੜੀ ਐਕਸਰਸਾਈਜ਼ ਚੱਲ ਰਹੀ ਹੈ, ਗੱਲਬਾਤ ਚੱਲ ਰਹੀ ਹੈ, ਮੰਥਨ ਚੱਲ ਰਿਹਾ ਹੈ। ਇਸ ਮੰਥਨ ਦੇ ਉੱਤੇ ਕਟਾਕਸ਼ ਕੱਸਿਆ ਹੈ ਜਾਖੜ ਸਾਹਿਬ ਨੇ ਕਿ ਸਰ ਇਤਨਾ ਮਤ ਦਿਖਾਓ ਕਿ ਦਸਤਾਰ ਗਿਰ ਪੜੇ। ਉਹ ਕਹਿੰਦਾ ਮੈਡਮ ਜੀ ਤੁਸੀਂ ਇਹ ਬਾਕੀਆਂ ਦੇ ਸਾਹਮਣੇ ਇੰਨਾ ਨਾ ਚੁੱਕੋ, ਜੇ ਤੁਸੀਂ ਚੁੱਕੀ ਆਓਗੇ ਤਾਂ ਨਤੀਜਾ ਇਹ ਹੋਊਗਾ ਕਿ ਪਾਰਟੀ ਦੇ ਵਿੱਚ ਅਨੁਸ਼ਾਸਨਹੀਨਤਾ ਪੈਦਾ ਹੋ ਜੂ। ਬਿਲਕੁਲ ਕਿਸੇ ਨੇ ਕਮਾਂਡ ਨੂੰ ਕਮਾਂਡ ਨਹੀਂ ਸਮਝਣਾ, ਔਰ ਤੁਹਾਡੀ ਜਿਹੜੀ ਹੈਗੀ ਹੈ ਇੱਜ਼ਤ ਆਬਰੂ ਹੈ ਜਿਹੜੀ ਉਹ ਘਟ ਜਾਣੀ ਹੈ। ਲੋਕਾਂ ਦੇ ਵਿੱਚ ਜਿਹੜਾ ਤੁਹਾਡਾ ਸਤਿਕਾਰ ਹੈ, ਇੱਜ਼ਤ ਨਹੀਂ ਰਹਿਣੀ। ਬਿਲਕੁਲ ਜੀ, ਜਾਣੇ ਇਹ ਸਭ ਗੱਲ ਉਹਦੀ ਠੀਕ ਹੈ ਕਿ ਡਿਸਪਲਿਨ ਰਹਿਣਾ ਚਾਹੀਦਾ ਹੈ, ਬਿਲਕੁਲ, ਪਰ ਜੇ ਡਿਸਪਲਿਨ ਨੂੰ ਤਾਰ ਹਾਈ ਕਮਾਂਡ ਹੀ ਕਰਨ ਲੱਗਦੀ ਫਿਰ ਕਰੋਗੇ ਕੀ? ਜੋ ਘਰ ਦਾ ਮਾਲਕ ਹੀ ਘਰ ਉਜਾੜਨ ਤੇ ਆ ਜੇ ਫਿਰ ਕੀ ਕਰੋਗੇ? ਬਿਲਕੁਲ ਉਹ ਆਪਾਂ ਗੱਲ ਕੀਤੀ ਸੀ ਨਾ ਕਿ ਮੁਖਤਿਆਰ ਜ਼ਮੀਨਾਂ ਬਕਵਾ ਦਿੰਦੇ ਆ। ਤੇ ਆਪਣੇ ਇੱਕ ਸੱਜਣ ਹੈ ਕਿ ਲੰਬੀ ਤੋਂ ਧਾਲੀਵਾਲ ਫੈਮਿਲੀ ਨਾਲ ਸੰਬੰਧ ਰੱਖਦੇ, ਅੱਜ ਕੱਲ ਮੋਹਾਲੀ ਰਹਿੰਦੇ ਆ। ਉਹਨਾਂ ਨੇ ਮੈਨੂੰ ਸੁਨੇਹਾ ਭੇਜਿਆ ਸੀ, ਲਿਖ ਕੇ ਭੇਜਿਆ ਸੀ WhatsApp ਦੇ ਉੱਤੇ। ਉਹ ਕਹਿੰਦਾ ਜੀ ਗੱਲ ਤੁਹਾਡੀ ਠੀਕ ਆ,
ਸਾਨੂੰ ਕਹਿੰਦਾ ਜਿਹੜੀ ਜ਼ਮੀਨ ਦਵਾਈ ਹੈ ਨਾ ਉਹ ਮੁਖਤਿਆਰ ਨੇ ਦਵਾਈ ਸੀ ਖੁੱਡੀਆਂ ਪਿੰਡ ਵਾਲੀ। ਉਹਨਾਂ ਨੇ ਉਹ ਵੀ ਜ਼ਿਕਰ ਕੀਤਾ। ਹੁਣ ਗੱਲ ਆ ਵੀ ਮੁਖਤਿਆਰਾਂ ਦੇ ਕਹਿੰਦੇ ਤੇ ਮੁਖਤਿਆਰ ਹੁਣ ਉਜੜ ਰਹੇ ਆ। ਸੋ ਦੇਖਣ ਵਾਲੀ ਗੱਲ ਇਹ ਕਿ ਇਹ ਜਿਹੜਾ ਜਿਸ ਕਿਸਮ ਦੀ ਹੁਣ ਕਾਂਗਰਸ ਪਾਰਟੀ ਦੀ ਹਾਲਤ ਬਣ ਗਈ ਹੈ ਜੀ, ਉਹਦੇ ਤੇ ਜਾਂ ਆਹ ਪਾਸਾ ਰਹੂ ਜਾਂ ਆਹ ਪਾਸਾ ਰਹੂ, ਜਾਂ ਤਾਂ ਇਹਨਾਂ ਨੂੰ ਉਹਨਾਂ ਐਡਵਾਈਜ਼ਰਾਂ ਤੋਂ ਖਹਿੜਾ ਛੁਡਾਉਣਾ ਪੈਣਾ ਤੇ ਪੁਰਾਣੀ ਕਾਂਗਰਸ ਦੇ ਜਿਹੜੇ ਤਜਰਬੇਕਾਰ ਬੰਦੇ ਆ ਉਹਨਾਂ ਨੂੰ ਲੈ ਕੇ ਆਉਣਾ ਪੈਣਾ ਜੀ। ਨਹੀਂ ਤਾਂ ਫਿਰ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਕੱਲ ਨੂੰ ਹਿਮਾਚਲ ਦੀ ਵਾਰੀ ਹੈ, ਕਿਉਂਕਿ ਹਿਮਾਚਲ ਵਾਲੇ ਪਾਸੇ ਵੀ ਚਾਲੇ ਪਾ ਦਿੱਤੇ ਤੇ ਖਬਰਾਂ ਹੁਣ ਇਹ ਵੀ ਆ ਰਹੀਆਂ ਕਿ ਕਾਂਗਰਸ ਪਾਰਟੀ ਦਾ ਬਦਲ ਬਣਨ ਵਾਸਤੇ ਮਿਸਟਰ ਅਰਵਿੰਦ ਕੇਜਰੀਵਾਲ ਨੇ ਆਪਣੇ ਘੋੜੇ ਆ ਜਿਹੜੇ ਉਹ ਦਵਲ ਲਏ। ਪਹਿਲਾਂ ਤਾਂ ਇਹਦੇ ਵਾਲੇ ਪਾਸੇ ਹਿਮਾਚਲ ਵਾਲੇ ਪਾਸੇ, ਫਿਰ ਗੁਜਰਾਤ, ਰਾਜਸਥਾਨ ਵਗੈਰਾ ਤੇ ਜਿਹੜਾ ਜੋ ਇਹ ਸਪੇਸ ਖਾਲੀ ਕਰਦੀ ਜਾ ਰਹੀ ਹੈ ਕਾਂਗਰਸ ਉਹਨੂੰ ਭਰਨ ਦਾ ਉਹ ਯਤਨ ਕਰ ਰਹੇ ਹੈ। ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਥੋੜਾ ਸਮਾਂ ਪਹਿਲਾਂ ਇੱਕ ਟੈਲੀਫੋਨ ਆਉਂਦਾ ਹੈ ਜੀ ਕੁਲਵਿੰਦਰ ਸਿੰਘ ਮਾਨ ਹੋਰਾਂ ਦਾ। ਉਹਨਾਂ ਨੇ ਮੈਨੂੰ ਇਹ ਗੱਲ ਕਹੀ, ਕਹਿੰਦੇ ਜੀ ਕਾਂਗਰਸ ਪਾਰਟੀ ਵਾਲੇ ਕਰ ਕੀ ਰਹੇ, ਕੋਈ ਭਗਤ ਸਿੰਘ ਦੀ ਵਿਚਾਰਧਾਰਾ ਦੀ ਗੱਲ ਕਰਦਾ, ਕੋਈ ਆਸਤਿਕ ਦੀ ਗੱਲ ਕਰਦਾ, ਕੋਈ ਨਾਸਤਿਕ ਦੀ ਗੱਲ ਕਰਦਾ। ਜਿਹੜੀ ਗੱਲ ਇਹਨਾਂ ਨੂੰ ਛੇੜਨੀ ਚਾਹੀਦੀ ਹੈ ਉਹ ਗੱਲ ਛੇੜਦੇ ਨਹੀਂ। ਕੋਈ ਰਾਜ ਸਭਾ ਦੇ ਮੈਂਬਰਾਂ ਦੀ ਗੱਲ ਕਰਦਾ ਹੈ ਤੇ ਉਹਨਾਂ ਨੇ ਇੱਕ ਆਪਣਾ ਦਰਦ ਜ਼ਾਹਰ ਕੀਤਾ। ਉਹ ਕਹਿੰਦੇ ਵੀ ਜੇ ਤੁਸੀਂ ਰਾਜ ਸਭਾ ਦੇ ਮੈਂਬਰਾਂ ਤੇ ਰੌਲਾ ਪਾਓਗੇ ਕਿ ਬਾਹਰਲੇ ਬੰਦੇ ਆ ਗਏ ਜੀ ਤਾਂ ਫਿਰ ਜਿਹੜੇ ਅਸੀਂ ਪ੍ਰਵਾਸੀ ਲੋਕ ਬੈਠੇ ਆ ਸਾਡਾ ਕੀ ਬਣੂਗਾ, ਸਾਡੇ ਹਰਜੀਤ ਸਿੰਘ ਸੱਜਣ ਦਾ ਕੀ ਬਣੂਗਾ, ਕੈਨੇਡਾ ਵਾਲੇ ਬੰਦੇ ਕਿਵੇਂ ਬਰਦਾਸ਼ਤ ਕਰਨਗੇ ਕਿ ਭਾਰਤ ਦਾ ਬੰਦਾ ਕੋਈ ਆ ਕੇ ਇੱਥੇ ਵਜ਼ੀਰ ਬਣ ਜੇ, ਸਾਡੇ ਤੇ ਵੀ ਗਾਜ ਗਿਰੂਗੀ। ਮੈਂ ਉਹਨਾਂ ਨਾਲ ਡਿਸਕਸ਼ਨ ਕੀਤੀ। ਉਹਨਾਂ ਨੇ ਮੈਨੂੰ ਕਿਹਾ ਵੀ ਕਹਿੰਦੇ ਜੀ ਮੈਂ ਬਹੁਤ ਲੰਬੇ ਸਮੇਂ ਤੋਂ ਤੁਹਾਡੇ ਇਹ ਪ੍ਰੋਗਰਾਮ ਦਾ ਲਿਸਨਰ ਆ ਜੀ ਜੀ, ਤੇ ਮੈਨੂੰ ਉਮੀਦ ਹੈ ਤੁਸੀਂ ਤੇ ਗੱਲ ਕਰੋਗੇ ਨਾ ਆਪਾਂ ਥੋੜੀ ਜਿਹੀ ਗੱਲ ਉਹ ਵੀ ਕਰ ਲਈਏ। ਦੇਖੋ ਗੱਲ ਇਹ ਕਿ ਰਾਜ ਸਭਾ ਦੇ ਬਾਹਰੋਂ ਹੋਣ ਮੈਂਬਰ ਅੰਦਰੋਂ ਹੁਣ ਸਾਨੂੰ ਕੋਈ ਫਰਕ ਨਹੀਂ ਪੈਂਦਾ। ਬਿਲਕੁਲ ਅਸੀਂ ਭਾਰਤ ਦੇ ਲੋਕ ਆ, ਭਾਰਤ ਦੇ ਵਸਨੀਕ ਆ। ਅਸੀਂ ਬਾਬੇ ਨਾਨਕ ਦੇ ਉਸ ਸਿਧਾਂਤ ਤੇ ਚੱਲਦੇ ਆ, ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ ਨੂੰ। ਅਸੀਂ ਸਭ ਨੂੰ ਇੱਕੋ ਜਿਹੇ ਮੰਨਦੇ, ਪਰ ਕੁਝ ਇੱਕ ਗੱਲਾਂ ਹੈਗੀਆਂ ਜੀ। ਉਹ ਗੱਲਾਂ ਇਹ ਹੈ ਕਿ ਅਸੀਂ ਇਸ ਗੱਲ ਦੇ ਹੱਕ ਵਿੱਚ ਨਹੀਂ ਕਿ ਬਾਹਰਲਾ ਬੰਦਾ ਇੱਥੋਂ ਕੋਈ ਆ ਕੇ ਰਾਜ ਸਭਾ ਦਾ ਮੈਂਬਰ ਨਾ ਬਣੇ। ਜੇ ਇਹ ਕੰਡੀਸ਼ਨ ਹੁੰਦੀ ਤਾਂ ਕਦੇ ਵੀ ਪਗੜੀ ਧਾਰੀ ਸਰਦਾਰ ਹਿੰਦੁਸਤਾਨ ਦਾ ਨਾ ਤਾਂ ਬਣਦਾ ਵਿੱਤ ਮੰਤਰੀ ਤੇ ਨਾ ਬਣਦਾ ਪ੍ਰਧਾਨ ਮੰਤਰੀ। ਡਾਕਟਰ ਮਨਮੋਹਨ ਸਿੰਘ ਨੇ ਕਦੇ ਸਿੱਧੀ ਚੋਣ ਨਹੀਂ ਜਿੱਤੀ, ਉਹ ਲੋਕ ਸਭਾ ਦੇ ਮੈਂਬਰ ਕਦੇ ਸਿੱਧੇ ਤੌਰ ਤੇ ਨਹੀਂ ਚੁਣੇ ਗਏ। ਉਹ ਤਾਂ ਹਾਰ ਕੇ ਸਿੱਕਾਰੀ ਵਿਚਾਰੇ ਖੜੇ ਹੋਏ ਸੀਗੇ ਕਿਉਂਕਿ ਉਹ ਜਿਹੜਾ ਕੰਮ ਤੁਹਾਨੂੰ ਪਤਾ ਚੋਣਾਂ ਜਿੱਤਣ ਵਾਸਤੇ ਚਾਹੀਦਾ ਉਹ ਨਹੀਂ ਉਹ ਕਰ ਸਕਦਾ ਸੀ। ਜੀ ਜੀ, ਨਾ ਉਹਦੇ ਕੋਲ ਉਹਨੇ ਪੈਸੇ ਸੀ, ਨਾ ਹੀ ਪੈਸੇ ਸੀ ਉਹਦੇ ਕੋਲ, ਨਾ ਹੀ ਉਹਦੇ ਕੋਲ ਤੇਲ ਪਾਉਣ ਨੂੰ ਪੈਸੇ ਨਹੀਂ ਸੀ। ਕਾਰ ਤਾਂ ਉਹਨੇ ਕਿਸ਼ਤਾਂ ਤੇ ਲਈ ਸੀ, ਕਾਰ ਉਹਨੇ ਕਿਸ਼ਤਾਂ ਤੇ ਲਈ ਸੀ। ਮੈਂ ਇੱਕ ਵਾਰੀ ਖੁਸ਼ਵੰਤ ਸਿੰਘ ਨੂੰ ਪੜਿਆ ਸੀ, ਖੁਸ਼ਵੰਤ ਸਿੰਘ ਨੇ ਲਿਖਿਆ ਸੀ ਕਿ ਮੇਰੇ ਕੋਲੇ ਗੁਰਸ਼ਰਨ ਕੌਰ ਆ ਗਈ ਵੀ ਭਾਜੀ ਪੈਸੇ ਦਿਓ, ਇਲੈਕਸ਼ਨ ਖੜੇ ਹੋ ਗਏ, ਸਾਡੇ ਕੋਲ ਤਾਂ ਕੱਖ ਨਹੀਂ। ਤੇ ਉਹ ਕਹਿੰਦਾ ਮੈਂ 50,000 ਰੁਪਇਆ ਦੇਤਾ, 50,000 ਰੁਪਇਆ ਦੇਤਾ। ਬਾਅਦ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਬਣ ਗਏ ਜਾਂ ਕੁਛ ਵੀ ਜੋ ਵੀ ਬਣ ਗਏ ਤੇ ਉਹਨਾਂ ਦੇ ਕੋਲੇ ਆ ਕੋਈ ਪੈਸੇ ਪੂਸੇ ਆਏ ਤੇ ਗੁਰਸ਼ਰਨ ਕੌਰ ਵਿਚਾਰੀ ਮਨਮੋਹਨ ਸਿੰਘ ਦੀ ਵਾਈ ਫਿਰ ਲੈ ਕੇ ਚਲੇ ਗਈ, ਭਾਜੀ ਆ ਲਓ ਆਪਦੇ ਪੈਸੇ। ਉਹਦਾ ਮੈਡਮ ਮੈਂ ਤਾਂ ਲੈਣ ਵਾਸਤੇ ਦਿੱਤੇ ਨਹੀਂ ਸੀ। ਉਹ ਕਹਿੰਦੀ ਜੀ ਗੱਲ ਵੀ ਅਸੀਂ ਤਾਂ ਦੇਣੇ ਸੀ ਨਾ, ਤੁਹਾਡੇ ਸਾਡੇ ਸਿਰ ਤੇ ਬੋਝ ਹੈ। ਉਹਦਾ ਨਹੀਂ ਮੈਂ ਤਾਂ ਇਲੈਕਸ਼ਨ ਚੰਦਾ ਦਿੱਤਾ ਸੀ। ਉਹ ਕਹਿੰਦੀ ਜੀ ਚੰਦਾ ਦਾ ਕਿਤੇ ਲਿਆ ਨਹੀਂ, 10 ਸਾਲਾਂ ਦੀ ਕਮਾਈ ਆਦੀ ਹੈ ਤੁਸੀਂ ਲੈ ਲਓ। ਮਤਲਬ ਇਹੋ ਜਿਹੇ ਬੰਦੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਆ ਤੇ ਉਹ ਤਾਂ ਹੀ ਬਣੇ ਨੇ ਕਿਉਂਕਿ ਰਾਜ ਸਭਾ ਚੋਂ ਆਏ ਸੀ ਤੇ ਪੰਜਾਬ ਚੋਂ ਨਹੀਂ ਆਏ, ਉਹ ਆਸਾਮ ਦੇ ਵਿੱਚੋਂ ਆਏ ਸੀ। ਇਹ ਗੱਲ ਸਾਨੂੰ ਸਮਝ ਪੈਂਦੀ ਹੈ। ਪਰ ਇੱਥੇ ਮੇਰਾ ਦਰਦ ਇੱਕ ਹੋਰ ਹੈ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਜੀ, ਉਹ ਇਹ ਹੈ ਕਿ ਜੇ ਸਿਧਾਂਤਕ ਪੱਖ ਤੋਂ ਵਿਰੋਧ ਕੀਤਾ ਜਾਵੇ ਤਾਂ ਉਹ ਗੱਲ ਠੀਕ ਸੀ। ਅੱਜ ਮੈਂ ਇੱਕ ਪੋਸਟ ਪੜ੍ਹ ਰਿਹਾ ਸੀ, ਸਿਧਾਂਤਕ ਪੱਖ ਤੋਂ ਇੱਕ ਬੰਦੇ ਨੇ ਬਹੁਤ ਵਧੀਆ ਲਿਖੀ ਹੈ ਮੈਨੂੰ ਨੇ। ਉਹਨੇ ਕਿਹਾ ਹੈ ਕਿ ਜਿਹੜੀ ਲਾਬੀ ਨੇ ਪੰਜਾਬ ਦੇ ਵਿੱਚ ਸ਼ਾਸਤਰੀ ਵਿੱਦਿਆ ਦਾ ਬੇੜਾ ਗਰਕ ਕੀਤਾ ਹੈ। ਸ਼ਾਸਤਰੀ ਵਿੱਦਿਆ ਤੋਂ ਲੋਕਾਂ ਨੂੰ ਬਿਰਵੇ ਕੀਤਾ ਜਾ ਰਿਹਾ ਹੈ, ਵਿੱਦਿਆ ਦਾ ਨਿੱਜੀਕਰਨ ਵਾਲੇ ਪਾਸੇ ਨੂੰ ਵਧੇ ਹੈ। ਉਸ ਲਾਬੀ ਦਾ ਵਿਰੋਧ ਗੱਲਾਂ ਬਾਤਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਵੀ ਕਰਦੇ ਹੁੰਦੇ ਸੀ ਤੇ ਆਮ ਆਦਮੀ ਪਾਰਟੀ ਦੇ ਦੂਜੇ ਲੀਡਰ ਬਿਲਕੁਲ ਕਰਦੇ ਸੀ। ਤੇ ਅੱਜ ਰਾਜ ਸਭਾ ਦੇ ਵਿੱਚ ਉਸ ਲਾਬੀ ਦਾ ਜਿਹੜਾ ਸਭ ਤੋਂ ਵੱਡਾ ਸਿਰਕੋਪ ਹੈ ਉਹ ਬੰਦਾ ਰਾਜ ਸਭਾ 'ਚ ਜਾ ਕੇ ਬੈਠੂਗਾ। ਸਾਡੀ ਪੰਜਾਬੀ ਜਿਹੜੀ ਜਾਂ ਪੰਜਾਬ ਦੀ ਵਿੱਦਿਆ ਜਾਂ ਸਰਕਾਰੀ ਵਿੱਦਿਆ ਉਹਦਾ ਬਣੂਗਾ ਕੀ, ਇਹਦਾ ਜਵਾਬ ਚਾਹੀਦਾ। ਦੂਜੀ ਗੱਲ ਉਹਨੇ ਕਹੀ ਕਿ ਇੱਕ ਸੱਜਣ ਹੈਗੇ ਆ ਲੁਧਿਆਣੇ ਦੇ, ਉਹ ਲੁਧਿਆਣੇ ਦੇ ਸੱਜਣਾ, ਲੁਧਿਆਣੇ ਨੂੰ ਆਪਾਂ ਜਾਣਦੇ ਕਿ ਲੁਧਿਆਣੇ ਦੇ ਵਿੱਚ ਬਹੁਤ ਵੱਡੀਆਂ ਫੈਕਟਰੀਆਂ ਲੱਗੀਆਂ, ਉਹ ਵੀ ਇੱਕ ਸਨਅਤਕਾਰ ਹੈ। ਉਹ ਸਨਅਤਕਾਰ ਹੈ, ਲੁਧਿਆਣੇ ਦੀਆਂ ਸਨਅਤਾਂ ਦੀ ਵਜ੍ਹਾ ਕਾਰਨ ਪੰਜਾਬ ਦਾ ਪਾਣੀ ਤੇ ਹਵਾ ਵੀ ਪਲੀਤ ਹੋਈ ਹੈ। ਇਹ ਆ ਜਿਹੜੇ ਬੁੱਢੇ ਨਾਲੇ ਦੀ ਗੱਲ ਕਰਦੇ ਹਾਂਜੀ ਹਾਂ, ਕਿੰਨਾ ਉੱਥੇ ਪੈਸਾ ਬਰਬਾਦ ਕੀਤਾ ਲੇਕਿਨ ਉਹ ਪ੍ਰਦੂਸ਼ਣ ਨਹੀਂ ਹਟਦਾ। ਸੰਤ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ ਸਤਲੁਜ ਦੇ ਵਿੱਚੋਂ ਪਾਣੀ ਕਿਵੇਂ ਗਿਆ ਤੇ ਕਿਵੇਂ ਗੰਗਾਨਗਰ ਤੱਕ ਉਹਨੇ ਮਾਰ ਕੀਤੀ ਹੈ, ਆਪਣੇ ਕੋਲ ਆ ਕੇ ਸਾਰੀ ਉਹ ਵਾਸਤਾ ਪਾ ਕੇ ਬਿਲਕੁਲ ਜੀ ਇਹ ਜੀ ਲੋਕ ਇਹਨਾਂ ਨੂੰ ਬਚਾਓ, ਪੰਜਾਬ ਨੂੰ ਬਚਾਓ। ਉਹ ਕਹਿੰਦੇ ਵੀ ਜਿਹੜੀਆਂ ਲੁਧਿਆਣੇ ਦੀਆਂ ਫੈਕਟਰੀਆਂ ਨੌਕਰੀਆਂ ਦਿੰਦੀਆਂ ਉਹ ਪੰਜਾਬੀਆਂ ਦੀ ਬਜਾਏ ਗੈਰ ਪੰਜਾਬੀਆਂ ਨੂੰ ਵੱਧ ਦਿੰਦੀਆਂ। ਫਿਰ ਇਹਨਾਂ ਤੋਂ ਅਸੀਂ ਜਾ ਕੇ ਕਿਵੇਂ ਆਸ ਕਰੀਏ ਕਿ ਇਹ ਲੋਕ ਜਾ ਕੇ ਪੰਜਾਬ ਦੀ ਗੱਲ ਕਰਨਗੇ, ਪੰਜਾਬ ਦੀ ਵਕਾਲਤ ਕਰਨਗੇ ਜੀ। ਅਗਲੀ ਗੱਲ ਉਹਨੇ ਹੋਰ ਲਿਖੀ
ਉਹ ਕਹਿੰਦੇ ਹਰਭਜਨ ਸਿੰਘ ਦਾ ਸਾਡਾ ਆਪਦਾ ਨਾ ਪੰਜਾਬ ਦਾ ਰਹਿਣ ਵਾਲਾ ਹੈ। ਹਰਭਜਨ ਸਿੰਘ ਕਿਸ ਖੇਡ ਦਾ ਜਿਹੜਾ ਹੈਗਾ ਖਿਡਾਰੀ ਹੈ, ਔਰ ਪੰਜਾਬ ਦੀ ਜਿਹੜੀ ਮਾਂ ਖੇਡ ਆ ਉਹਦਾ ਨਾਂ ਕੌਡੀ। ਤੁਸੀਂ ਕਬੱਡੀ ਕਹਿ ਦਿੰਦੇ ਪਰ ਉਹ ਕਬੱਡੀ ਦਾ ਨਹੀਂ, ਉਹ ਰਾਸ਼ਟਰਵਾਦ ਵਾਲੀ ਖੇਡ ਦਾ ਖਿਡਾਰੀ ਹੈ ਜਿਹਨੂੰ ਅਸੀਂ ਕ੍ਰਿਕਟ ਕਹਿੰਦੇ ਆ। ਉਹ ਕਹਿੰਦੇ ਵੀ ਉਹ ਜਾ ਕੇ ਸਾਡੀ ਕਬੱਡੀ ਦੀ ਜਾਂ ਸਾਡੀ ਉਹਦੀ ਕਿਵੇਂ ਗੱਲ ਕਰੂਗੀ, ਜਿਹਦਾ ਇਹਨਾਂ ਪੱਖਾਂ ਤੋਂ ਵਿਰੋਧ ਕੀਤਾ ਜਾਂਦਾ ਤਾਂ ਮੇਰੇ ਖਿਆਲ ਮੁਤਾਬਕ ਜਾਇਜ਼ ਸੀ। ਬਿਲਕੁਲ ਠੀਕ ਹੈ ਨਾ। ਪਰ ਜੇ ਕਿਸੇ ਬੰਦੇ ਦਾ ਇਸ ਗੱਲ ਤੇ ਵਿਰੋਧ ਕੀਤਾ ਜਾਵੇ ਕਿ ਉਹ ਪੰਜਾਬ ਤੋਂ ਬਾਹਰ ਲੈ ਜੀ, ਉਹ ਪੰਜਾਬ ਤੋਂ ਅੰਦਰ ਲੈ ਜੀ, ਉਹ ਕਿਉਂ ਤਾਂ ਮੈਂ ਸਰਦਾਰ ਕੁਲਵਿੰਦਰ ਸਿੰਘ ਨਾਲ 100% ਸਹਿਮਤ ਹਾਂ। ਕਦੀ ਇਹ ਤਰਜਮਾਨੀ ਕਰਦੇ ਉਹਨਾਂ ਦੀ ਆਵਾਜ਼ ਉਠਾਉਂਦੇ ਰਵਾਂਗੇ, ਕਿਉਂਕਿ ਸਾਡਾ ਚੈਨਲ ਜਾਂ ਸਾਡਾ ਜਿਹੜਾ ਇਹ ਅਦਾਰਾ ਹੈ ਜੀ, ਤੇ ਸਿਰਫ ਪੰਜਾਬ ਵਾਸਤੇ ਨਹੀਂ, ਟੋਟਲ ਪੰਜਾਬੀਅਤ ਵਾਸਤੇ ਬਿਲਕੁਲ ਟੋਟਲ ਪੰਜਾਬੀਆਂ ਵਾਸਤੇ ਆ, ਜਿਹੜੇ ਉਹਨਾਂ ਦੇ ਦੁੱਖ ਦਰਦ ਆ। ਜੇ 7 ਸਮੁੰਦਰੋਂ ਪਾਰ ਬੈਠ ਕੇ ਸਾਨੂੰ ਟੈਲੀਫੋਨ ਕਰਦੇ, ਅਸੀਂ ਸਮਝਦੇ ਹਾਂ ਜਿਹੜਾ ਦਰਦ ਉਹਨਾਂ ਦਾ, ਉਹ ਦਰਦ ਸਾਨੂੰ ਵੀ ਮਹਿਸੂਸ ਹੁੰਦਾ ਹੈ ਕਿ ਅਸੀਂ ਸਾਰੀ ਦੁਨੀਆ ਦੇ ਸਰਦਾਰ ਹਾਂ। ਸਾਨੂੰ ਜਿਹੜੀ ਗੁਰੂ ਨੇ ਦਸਤਾਰ ਬਖਸ਼ੀ ਹੈ, ਸਾਰੀ ਦੁਨੀਆ ਦੀ ਬਖਸ਼ੀ ਹੈ, ਤੇ ਕਿਰਪਾ ਕਰਕੇ ਸਾਨੂੰ ਕਿ ਥੋੜੇ ਜਿਹੇ ਸੂਬਾ ਨੇ ਸੂਬੇ ਵਿੱਚ ਸੀਮਤ ਨਾ ਕਰੋ। ਕਾਂਗਰਸ ਪਾਰਟੀ ਵਾਲਿਆਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ। ਤੇ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ, ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਇਸ ਵਕਤ ਜੁੜੇ ਹੋਏ ਨੇ। ਤੁਸੀਂ ਰੇਡੀਓ ਪੰਜਾਬ ਟੂਡੇ ਨੂੰ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਵੀ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਤੇ ਇਸ ਪੇਜ ਨੂੰ ਕਮੈਂਟ ਵੀ ਕਰੋ। ਜੋ ਗੱਲਬਾਤ ਸੁਣ ਰਹੇ ਹੋ, ਜਿਹੜੇ ਵੀਰ ਫੇਸਬੁੱਕ ਪੇਜ ਅਤੇ YouTube 'ਚ ਤੇ ਸੁਣ ਰਹੇ ਨੇ, ਹੇਠਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਇਹ ਸਾਰੀ ਗੱਲਬਾਤ ਨੂੰ। ਤੇ ਹੁਣ ਗੱਲ ਉਹੀ ਪੁਰਾਣੀ ਆ ਗਈ ਵੀ ਪੈਸੇ ਲੈ ਲਿਓ ਤੇ ਵੋਟ ਸਾਨੂੰ ਪਾ ਦਿਓ ਇਲੈਕਸ਼ਨਾਂ ਦੇ ਵਿੱਚ। ਹੁਣ ਭਗਵੰਤ ਸਿੰਘ ਮਾਨ ਕਹਿੰਦਾ ਵੀ ਕੋਈ ਰਿਸ਼ਵਤ ਮੰਗਦਾ ਹੈ ਤਾਂ ਦੇ ਦਿਓ ਤੇ ਵੀਡੀਓ ਬਣਾ ਲਿਓ। ਪਰ ਮੈਂ ਹੁਣ ਵੇਖ ਰਿਹਾ ਸੀ ਕਈ ਸਰਕਾਰੀ ਦਫ਼ਤਰਾਂ 'ਚ ਲਿਖਤਾ ਵੀ ਅੰਦਰ ਮੋਬਾਈਲ ਲੈ ਕੇ ਆਉਣਾ ਮਨਾ ਹੈ। ਦਾਨੇਵਾਲੀਆ ਸਾਹਿਬ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜੀ, ਉਦੋਂ ਤੁਸੀਂ ਦੇਖਿਆ ਹੋਣਾ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ, ਤੇ ਵੱਖ-ਵੱਖ ਜਿਹੜੇ ਆਪਣੇ ਪਲੇਟਫਾਰਮ ਹੈ ਡਿਜੀਟਲ ਮੀਡੀਆ ਦੇ, ਜਿਹਨਾਂ ਨੇ ਬੋਲਣਾ ਵੀ ਸ਼ੁਰੂ ਕਰਤਾ ਸੀ ਵੀ ਦੇਖੋ ਜੀ ਆਹ ਹੁੰਦੀ ਹੈ ਸਰਕਾਰ ਦੀ ਦਹਿਸ਼ਤ ਹੈ। ਤੇ ਦਫ਼ਤਰਾਂ ਦੇ ਮੂਹਰੇ ਲਿਖ ਕੇ ਲਾ ਦਿੱਤਾ ਕਿ ਸਾਨੂੰ ਕੋਈ ਰਿਸ਼ਵਤ ਦੇਣ ਦੀ ਕੋਸ਼ਿਸ਼ ਨਾ ਕਰੇ, ਇਸ ਦਫ਼ਤਰ ਤੇ ਰਿਸ਼ਵਤ ਨਹੀਂ ਲਈ ਜਾਂਦੀ ਜੀ, ਰਿਸ਼ਵਤ ਦੇਊਗਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਪਰ ਹੁਣ ਜਦੋਂ ਉਹਨਾਂ ਨੇ ਨੰਬਰ ਜਾਰੀ ਕਰਤਾ, ਤੇ ਨੰਬਰ ਜਾਰੀ ਕਰਨ ਦੇ ਨਾਲ ਖਬਰਾਂ ਤੁਸੀਂ ਦੱਸੀਆਂ ਨੇ ਵੀ ਇਹ ਵੀ ਆ ਗਈਆਂ ਕਿ ਭਾਈ ਮੋਬਾਈਲ ਨਾ ਲੈ ਕੇ ਅੰਦਰ ਆਇਓ ਜੀ। ਮੋਬਾਈਲ ਨੇ ਜਿਹੜਾ ਸਭ ਤੋਂ ਜ਼ਿਆਦਾ ਅੰਦਰ ਆਉਣ ਤੋਂ ਰੋਕਿਆ ਜਾ ਰਿਹਾ, ਉਹ ਕਿਸੇ ਮਹਿਕਮੇ ਵੱਲੋਂ ਰੋਕਿਆ ਜਾ ਰਿਹਾ ਤਾਂ ਜੀ ਕਰਮਚਾਰੀਆਂ ਨੂੰ ਨਹੀਂ ਕਹਿੰਦੇ, ਅਧਿਕਾਰੀਆਂ ਨੂੰ ਕਹਿੰਦੇ ਆ। ਮਤਲਬ ਹੁੰਦਾ ਜਿਹੜੇ ਉੱਪਰਲੀਆਂ ਪੋਸਟਾਂ ਤੇ ਬੈਠੇ ਆ, ਜਿਹੜੇ ਅਸਲ ਫੈਸਲਾ ਕੁਨ ਅਫਸਰ ਹੈ, ਉਹਨਾਂ ਨੂੰ ਪੁਲਿਸ ਦੇ ਵਿੱਚ ਚੰਗੇ ਅਫਸਰ ਬਹੁਤ ਸਾਰੇ ਹੈ, ਸਲਾਮ ਕਰਦੇ ਆ, ਉਹਨਾਂ ਨੂੰ ਸਲੂਟ ਕਰਦੇ ਆ। ਇੱਕ ਜਗ੍ਹਾ ਮੈਂ ਲਿਬੜੀ ਹੋਵੇ ਨਾ, ਛੱਪੜ ਦੇ ਵਿੱਚੋਂ ਨਿਕਲੀ ਹੋਵੇ ਗਾਰੇ ਦੀ ਲਿਬੜੀ, ਤੇ ਉਹ ਸਾਰੀਆਂ ਨੂੰ ਲਵੇੜ ਦਿੰਦੇ। ਬਿਲਕੁਲ ਉਹਦਾ ਅਸਰ ਦੂਜਿਆਂ ਤੇ ਵੀ ਪੈਂਦਾ। ਮਾਫੀ ਮੰਗਦੇ ਆ, ਸਾਡੇ ਤੇ ਕੋਈ ਗੁੱਸਾ ਨਾ ਕਰੇ ਕਿ ਜੀ ਸਾਨੂੰ ਸਾਰਿਆਂ ਨੂੰ ਕਟਹਿਰੇ 'ਚ ਖੜਾ ਕਰਦੇ ਸੀ, ਸਭ ਨੂੰ ਕਟਹਿਰੇ 'ਚ ਨਹੀਂ ਖੜਾ ਕਰਦੇ, ਜਿਨ੍ਹਾਂ ਨੂੰ ਕਟਹਿਰੇ 'ਚ ਖੜਾ ਕਰਦੇ ਆ ਉਹ ਜਾਣਦੇ ਜੀ। ਤੁਹਾਡੇ ਯਾਦ ਹੋਣਾ ਇੱਕ ਵਾਰੀ ਇੱਥੇ ਬਠਿੰਡੇ ਦੇ ਵਿੱਚ ਪ੍ਰੈਸ ਕਾਨਫਰੰਸ ਬੁਲਾਈ ਸੀ SSP ਸਾਹਿਬ ਨੇ। ਉਹ SSP ਤੁਹਾਡਾ ਵੀ ਵਾਕਫਕਾਰ ਸੀ ਦੂਰੋਂ ਨੇੜਿਓਂ ਜੀ। ਤੇ ਜਦੋਂ ਆਪਾਂ ਪ੍ਰੈਸ ਕਾਨਫਰੰਸ ਵਾਸਤੇ ਗਏ ਸੀ, ਤੇ ਬਾਹਰਲੇ ਪਾਸੇ ਟੈਲੀਫੋਨ, ਮੋਬਾਈਲ ਟੈਲੀਫੋਨਾਂ ਦੀ ਇੱਕ ਪੂਰੀ ਦੀ ਪੂਰੀ ਲੱਗੀ ਪਈ ਸੀਗੀ ਢੇਰੀ। ਤੇ ਆਪਾਂ ਨੂੰ ਵੀ ਉਹਨਾਂ ਨੇ ਕਿਹਾ ਸੀ ਜੀ ਤੁਸੀਂ ਆਹ ਟੈਲੀਫੋਨ ਇੱਥੇ ਰੱਖ ਲਿਓ। ਤੇ ਆਪਾਂ ਪੁੱਛਿਆ ਵੀ ਕਿਉਂ ਰੱਖ ਦਈਏ, ਕਹਿੰਦੇ ਜੀ ਸਾਹਿਬ ਦਾ ਹੁਕਮ ਹੈ। ਤੇ ਆਪਾਂ ਕਿਹਾ ਕਿ ਸਾਹਿਬ ਦਾ ਹੁਕਮ ਤੁਹਾਡੇ ਤੇ ਲਾਗੂ ਹੁੰਦਾ, ਸਾਡੇ ਤੇ ਨਹੀਂ, ਅਸੀਂ ਤਾਂ ਭਾਈ ਲੈ ਕੇ ਜਾਵਾਂਗੇ। ਤੇ ਉਹ ਕਹਿੰਦੇ ਜੀ ਜਾਣ ਨਹੀਂ ਦੇ ਸਕਦੇ ਕਿਉਂਕਿ ਗੁਲਾਮ ਸਿੱਧ ਕਰੇ ਬਸਦਾ ਰੋਕੀ ਹੈ। ਤੇ ਆਪਾਂ ਉੱਥੇ ਰੌਲਾ ਪਾ ਲਿਆ ਸੀ, ਚੰਗਾ ਭਾਈ ਫਿਰ ਅਸੀਂ ਪ੍ਰੈਸ ਕਾਨਫਰੰਸ ਨਹੀਂ ਜਾਂਦੇ, ਆਪਾਂ ਉਹਦਾ ਬਾਈਕਾਟ ਕਰਾਂਗੇ ਜੀ ਜੀ। ਇਹ ਗੱਲ ਇਹ ਹੈ ਕਿ ਪੁਲਿਸ ਵਾਲੇ ਕਿਉਂ ਰੋਕਦੇ? ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਕਿ ਇਹਦੇ ਨਾਲ ਸਟਿੰਗ ਹੋ ਜਾਂਦਾ ਹੈ ਜੀ, ਮਹਿਕਮੇ ਵਾਲਿਆਂ ਨੂੰ ਬਹੁਤਾ ਪਤਾ ਨਹੀਂ ਹੁੰਦਾ। ਹੁਣ ਜਿਹੜੀਆਂ ਖਬਰਾਂ ਆ ਰਹੀਆਂ ਕਹਿੰਦੇ ਮੋਹਾਲੀ ਤੋਂ ਹੀ ਆ ਗਈ, ਬਿਲਕੁਲ ਚੰਡੀਗੜ੍ਹ ਦੀ ਜੜ ਚੋਂ ਜੀ। ਤੇ ਮੋਹਾਲੀ ਦੇ ਵਿੱਚ ਤਾਂ ਸਾਡੀ ਅੱਧੀ ਰਾਜਧਾਨੀ ਹੈ ਨਾ, ਜਿਆਦਾ ਦਫ਼ਤਰ ਉੱਥੇ ਚਲੇ ਗਏ। SSP ਦਫ਼ਤਰ ਦੇ ਮੂਹਰੇ ਲਿਖ ਕੇ ਲਾਇਆ ਸੀ ਵੀ ਨਹੀਂ ਜੀ ਇੱਥੇ ਨਹੀਂ ਮੋਬਾਈਲ ਲੈ ਕੇ ਆਉਣਾ। ਰੌਲਾ ਪੈ ਗਿਆ, ਆਮ ਆਦਮੀ ਪਾਰਟੀ ਵਾਲੇ ਵੀ ਚਲੇ ਗਏ। ਤੇ ਹੁਣ ਕਹਿੰਦੇ SSP ਸਾਹਿਬ ਕਹਿੰਦੇ ਵੀ ਇਹਨੂੰ ਲਾ ਦਿਆਂਗੇ, ਭਾਵੇਂ ਦੇਣ ਬੋਰਡ। ਪਰ ਗੱਲ ਤਾਂ ਹੈ ਨਾ, ਜਦੋਂ ਅੰਦਰ ਜਾਣਾ ਉਹ ਜਾਣ ਕੌਣ ਦੇਊਗਾ? ਆਡੀਓ ਜਾਂ ਵੀਡੀਓ ਬਣਾਉਣ ਕੌਣ ਦੇਊਗਾ? ਜਿਹਦੇ ਕੋਲੇ ਇੰਨੀ ਤਾਕਤ ਹੈ ਕਿ ਜਸਵੰਤ ਸਿੰਘ ਖਾਲੜਾ ਵਰਗੇ ਬੰਦੇ ਦੀ ਆਵਾਜ਼ ਬੁਲੰਦ ਕੀਤੀ, ਆਪਣੀ ਦੱਬ ਸਕਦੇ ਨੇ, ਬੰਦ ਕੀਤੀ ਜਾ ਸਕਦੀ ਹੈ। ਤੇ ਉੱਥੇ ਤੁਹਾਡਾ ਮੇਰਾ ਕੀ ਬਣੂਗਾ? ਕੌਣ ਬਣਾਉਣ ਦੇਊਗਾ ਆਪਣੀ ਥਾਂ ਤੇ? ਤੇ ਇਹਦੇ ਨਾਲ ਇੱਕ ਹੋਰ ਗੱਲ ਮੇਰੇ ਆਈ ਆ, ਹੁਣ ਮੈਂ ਪੜ੍ਹਿਆ ਇੱਕ ਥਾਂ ਤੇ ਜੀ, ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸਾਹਿਬ ਬਾਲੇ ਥੋੜੇ ਜਿਹੇ ਮਤਲਬ ਜਿਹੜੇ ਹੈਗੇ ਤੇਜ਼ ਹੋ ਨਿਕਲੇ। ਨਵੀਂ ਸਰਕਾਰ ਹੈ ਜੀ, ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਹੈ ਜੀ। ਉਹਨਾਂ ਨੇ ਜਿਹੜੇ ਸਰਕਾਰ ਦੇ ਹੁਕਮ ਸੀ ਜੀ, ਸਰਕਾਰ ਦੇ ਹੁਕਮਾਂ ਦੇ ਨਾਲ ਥੋੜੀ ਜਿਹੀ ਗੱਲ ਹੋਰ ਜੋੜਤੀ। ਉਹ ਕਹਿੰਦੇ ਵੀ ਆ ਜਿਹੜੇ ਰੈਵਨਿਊ ਅਫੀਸਰ ਹੈ ਨਾ, ਤੁਸੀਂ ਪਰਨ ਕਰੋ, ਅੱਜ ਤੋਂ ਬਾਅਦ ਪੈਸੇ ਦੇ ਲੈ ਨਹੀਂ ਲਓਗੇ।
ਸ਼ਿਕਾਇਤ ਨਹੀਂ ਹੋਣੀ ਚਾਹੀਦੀ, ਜੇ ਸ਼ਿਕਾਇਤ ਆ ਗਈ ਤਾਂ ਮੈਂ ਠੋਕ ਦੂੰਗਾ ਕਿਸੇ ਨੂੰ, ਮੈਂ ਛੱਡਣਾ ਨਹੀਂ। ਹਾਂ ਹਾਂ ਜਦੋਂ ਚਿੱਠੀ ਕੱਢਤੀ, ਲਿਖਤੀ ਚਿੱਠੀ ਕੱਢਤੀ ਜੀ, ਅੱਛਾ ਜੀ। ਜਿਹੜੇ ਰੈਵਨਿਊ ਅਫੀਸਰ ਐਸੋਸੀਏਸ਼ਨ ਆ ਮੀਟਿੰਗ ਉਹਨਾਂ ਨੇ ਕਰ ਲਈ। ਉਹ ਕਹਿੰਦੇ ਜੀ ਫਿਰ ਆਪਾਂ ਕੀ ਕਰੀਏ, ਕਹਿੰਦੇ ਆਪਾਂ ਹੜਤਾਲ ਕਰ ਲਓ। ਇਹ ਅਜੇ ਸਰਕਾਰ ਦਾ ਕੱਲ ਨੰਬਰ ਆਇਆ ਤੇ ਹੜਤਾਲ ਦੇ ਵੀ ਕੰਮ ਸ਼ੁਰੂ ਹੋ ਗਿਆ। ਹਾਂਜੀ, ਕਹਿੰਦੇ ਹੜਤਾਲ ਕਰ ਲਓ। ਕਹਿੰਦੇ ਕੀ ਗੱਲ, ਕਹਿੰਦੇ ਜੀ ਆਹ ਗੱਲ ਆ, ਉਹਨਾਂ ਚ ਕੋਈ ਸਿਆਣਾ ਸੀ ਤੁਹਾਡੇ ਵਰਗਾ, ਕਹਿੰਦਾ ਵੀ ਡੀਸੀ ਸਾਹਿਬ ਦੀ ਚਿੱਠੀ ਦਾ ਜਵਾਬ ਚਿੱਠੀ ਨਾਲ ਹੀ ਦੇ ਦਿਓ। ਉਹ ਜੀ ਫਿਰ ਉਹਨੇ ਚਿੱਠੀ ਲਿਖਤੀ, ਉਹ ਕਹਿੰਦਾ ਸ਼੍ਰੀਮਾਨ ਡਿਪਟੀ ਕਮਿਸ਼ਨਰ ਸਾਹਿਬ, ਤੁਹਾਥੋਂ ਪਹਿਲਾਂ ਆਏ ਜਿੰਨੇ ਡਿਪਟੀ ਕਮਿਸ਼ਨਰ ਆਏ ਹੈ ਵੱਖ-ਵੱਖ ਜ਼ਿਲ੍ਹੇ 'ਚ ਲੱਗੇ ਪਏ, ਜਿਹੜੇ ਸੈਕਟਰੀਆਂ ਤੇ ਚੀਫ ਸੈਕਟਰੀਆਂ ਤੱਕ ਪਹੁੰਚ ਚੁੱਕੇ ਹੈ। ਉਹਨਾਂ ਤੋਂ ਪੁੱਛੋ ਕਿ ਉਹਨਾਂ ਨੇ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਜਿਹੜੇ ਤੇਲ ਪਵਾਇਆ, ਕਦੇ ਆਪਦੇ ਪੈਸੇ ਨਾਲ ਪਵਾਇਆ। ਸਾਰੀਆਂ ਗੱਡੀਆਂ ਦੇ ਵਿੱਚ ਤੇਲ ਤਾਂ ਤਹਿਸੀਲਦਾਰ ਕੋਲੇ ਆ ਜਾਂਦਾ ਵੀ ਤਹਿਸੀਲਦਾਰ ਪਵਾਵੇ। ਤੇ ਹੋਏ ਫਿਰ ਹੁਣ ਸਾਨੂੰ ਇਹ ਦੱਸੋ ਜੀ ਮਹਾਰਾਜ ਵੀ ਫਿਰ ਕਿਵੇਂ ਕਰੀਏ, ਜੇ ਉਹਨਾਂ ਨੇ ਨਹੀਂ ਪਵਾਇਆ ਤੇ ਫਿਰ ਅਸੀਂ ਵੀ ਬੰਦ ਕਰ ਦਿੰਦੇ ਸਾਰਾ ਕੁਝ। ਤੇ ਇੱਕ ਵਾਰੀ ਮੈਂ ਤੁਹਾਡੇ ਯਾਦ ਕਰਾਵਾਂ, ਆਪਾਂ ਬੈਠੇ ਸੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਇੱਕ ਤਹਿਸੀਲਦਾਰ ਖੜਾ ਸੀ ਸਾਹਮਣੇ, ਤੇ ਉਹ ਤੁਸੀਂ ਉਦੋਂ ਵੀ ਬਾਦਲ ਸਾਹਿਬ ਦਾ ਰਾਜ ਭਾਗ ਸੀ। ਬਾਦਲ ਸਾਹਿਬ ਨੇ ਕਹਿੰਦਾ ਸੀ ਲਓ ਜੀ ਅੱਜ ਤੋਂ ਬਾਅਦ ਨਾ ਤਹਿਸੀਲਦਾਰਾਂ ਤੋਂ ਕੋਈ ਬਗਾੜ ਨਹੀਂ ਲਈ ਜਾਊਗੀ, ਇਹ ਕੁਝ ਹੋਣਾ ਨਹੀਂ। ਬਿਲਕੁਲ। ਤੇ ਆਪਾਂ ਉਹ ਮੀਟਿੰਗ ਸੀ, ਅਜੇ ਕੋਈ ਬੜਾ ਵੱਡਾ ਲੀਡਰ ਨਹੀਂ ਆਇਆ ਸੀ, ਕੋਈ ਅਫਸਰ ਹੀ ਸੀ, ਸ਼ਾਇਦ ਕਮਿਸ਼ਨਰ ਲੈਵਲ ਦਾ ਬੰਦਾ ਸੀਗਾ, ਤੇ ਉਹ ਕਹਿੰਦੇ ਪ੍ਰੈਸ ਕਾਨਫਰੰਸ ਕਰਨੀ ਹੈ। ਸੁੱਤੇ ਵੀ ਆ ਗਏ, ਠੰਡਾ ਵੀ ਆ ਗਿਆ, ਤੇ ਚਾਹ ਪਾਣੀ ਅਜੇ ਆ ਰਿਹਾ ਸੀ। ਤੇ ਜਿਹੜਾ ਸਾਹਮਣੇ ਖੜਾ ਸੀ ਤਹਿਸੀਲਦਾਰ ਸੱਜਣ, ਆਪਣਾ ਵੀ ਬਾਖੂਬਕਾਰ ਸੀ, ਉਹ ਬਠਿੰਡਾ ਸ਼ਹਿਰ ਦਾ ਸੀ, ਥੋੜਾ ਜਿਹਾ ਮੁੰਡਾ ਭਾਰੀ ਵੀ ਸੀ ਸਰੀਰਕ ਪੱਖ ਤੋਂ। ਤੇ ਮੈਂ ਕੋਲੇ ਆਪਣੇ ਐਸਪੀ ਸ਼ਰਮਾ ਸਾਹਿਬ ਬੈਠੇ ਸੀ, ਮੈਂ ਕਿਹਾ ਸ਼ਰਮਾ ਸਾਹਿਬ ਆ ਫਿਰ ਪੀਣਾ ਹੈ, ਕਹਿੰਦੇ ਵੀ ਪੀ ਲੈਂਦੇ ਆ। ਮੈਂ ਕਿਹਾ ਜੀ ਇਹ ਜੱਟਾਂ ਦਾ ਲਹੂ ਹੈ। ਕਹਿੰਦੇ ਲਹੂ ਕਿਵੇਂ ਹੋਇਆ? ਮੈਂ ਕਿਹਾ ਉਹ ਮੋਟਾ ਬੰਦਾ ਖੜਾ ਨਾ, ਉਹ ਮਾਮਲਾ ਸਰਿੰਜਾਂ ਦੇ ਨਾਲ ਨਾ ਕਿਸਾਨਾਂ ਦੇ ਜਿਹੜੇ ਹੈਗੇ ਜਦੋਂ ਰਜਿਸਟਰੀਆਂ ਕਰਾਉਣ ਆਉਂਦੇ ਤੇ ਨਾੜਾਂ ਚਲਾ ਕੇ ਲਹੂ ਕੱਢਦਾ, ਤੇ ਲਹੂ ਪਰੋਸ ਕੇ ਆਪਣੇ ਮੂਹਰੇ ਆ ਜਾਂਦੇ। ਮੈਂ ਤਾਂ ਨਹੀਂ ਭਰਾਵਾ ਖਾਂਦਾ ਤੇ ਨਾ ਮੈਂ ਪੀਵਾਂ, ਤੇ ਤੂੰ ਦੇਖ ਲੈ ਜੇ ਕਿਸਾਨਾਂ ਦਾ ਲਹੂ ਪੀਣਾ। ਨਹੀਂ ਤੇ ਆਪਣੇ ਸਾਰੇ ਜਿਹਨੇ ਪ੍ਰੈਸ ਵਾਲੇ ਸੀ ਉਹਨਾਂ ਨੇ ਖਾਣ ਪੀਣ ਤੋਂ ਇਨਕਾਰ ਕਰਤਾ ਸੀ। ਮੈਂ ਜਦੋਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਤੂੰ ਆ ਕੀ ਕੀਤੀ? ਉਹ ਕਹਿੰਦਾ ਜੀ ਮੈਂ ਕਿਹੜਾ ਚਾਹਨੂੰ ਹੈ, ਮੈਂ ਬਾਦਲ ਸਾਹਿਬ ਨੇ ਤਾਂ ਕਦੀ ਬਗਾਰਾ ਨਹੀਂ ਲੈਦੇ। ਕਹਿੰਦੇ ਵਾਰੀ ਬਿਆਨ ਸੀ ਤੁਹਾਡੇ ਵਾਸਤੇ ਸੀ, ਸਾਡੇ ਵਾਸਤੇ ਨਹੀਂ। ਹੁਣ ਅਗਲੀ ਗੱਲ ਦੇਖ ਲਓ, ਇਹ ਸਾਡੀ ਬਿਊਰੋਕ੍ਰੇਸੀ ਚੱਲਣ ਕਿੰਨਾ ਕੁ ਦਿੰਦੀ ਹੈ, ਕਿਵੇਂ ਦਿੰਦੀ ਹੈ। ਮਾਨ ਸਾਹਿਬ ਨੇ ਜ਼ਰੂਰ ਕਹਿਤਾ ਜੀ। ਮੈਂ ਤੁਹਾਡੇ ਹੋਰ ਪੁਰਾਣੀ ਗੱਲ ਯਾਦ ਕਰਾਉਣਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਦੋਂ ਮੁੱਖ ਮੰਤਰੀ ਸੀ। ਇੱਕ ਜ਼ਿਲ੍ਹੇ ਦੇ ਡੀਸੀ ਨੇ ਜ਼ਿਲ੍ਹੇ ਦੇ ਇੱਕ ਵਜ਼ੀਰ ਨੂੰ ਖੂੰਜੇ ਲਾਉਣ ਵਾਸਤੇ ਇੱਕ ਕੰਮ ਕੀਤਾ ਸੀ ਜੀ। ਉਹਨੇ ਇੱਕ ਜੇਈ ਤੋਂ ਲੈ ਲਿਆ ਇੱਕ ਚੈੱਕ ਕਿ ਜੀ ਮੈਂ ਇਸ ਮਹਿਕਮੇ ਦੇ ਵਿੱਚ ਸੀ ਜਿਹਦੇ ਚੋਂ ਵਜ਼ੀਰ ਸੀ, ਕਰਪਸ਼ਨ ਕੀਤੀ ਹੈ, ਤੇ ਮੈਂ ਲਓ ਜੀ ਆਪਦੇ ਕਰਪਸ਼ਨ ਦੇ ਪੈਸੇ ਵਾਪਸ ਕਰ ਲਾਂ। ਮਤਲਬ ਇਹ ਸੀ ਕਿ ਜਿਹੜਾ ਵਜ਼ੀਰ ਆ ਉਹ ਪ੍ਰਕਾਸ਼ ਸਿੰਘ ਬਾਦਲ ਦੀਆਂ ਨਜ਼ਰਾਂ ਦੇ ਵਿੱਚ ਦੋਸ਼ੀ ਬਣ ਗਈ। ਇੱਕ ਪਲਾਨਿੰਗ ਸੀ ਬਿਊਰੋਕ੍ਰੇਸੀ ਕਿਵੇਂ ਕੰਟਰੋਲ ਕਰਦੀ ਹੈ ਸਰਕਾਰਾਂ ਨੂੰ, ਸਾਰਿਆਂ ਨੂੰ ਕਿਵੇਂ ਡੈਮੇਜ ਕਰਦੀ ਹੈ। ਚਲੋ ਬਾਦਲ ਸਾਹਿਬ ਨੇ ਕਿਹਾ ਜੀ ਬਹੁਤ ਵਧੀਆ ਕੀਤਾ, ਬਹੁਤ ਵਧੀਆ ਕੀਤਾ। ਉਹ ਤੋਂ ਬਾਅਦ ਉਹਦੀ ਵਿਜੀਲੈਂਸ ਇਨਕੁਆਇਰੀ ਚੱਲ ਪਈ, ਉਹ ਚੱਲ ਪਈ, ਵੱਖਰੀ ਗੱਲ। ਮੁੜ ਕੇ ਉਹ ਡੀਸੀ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਕਿ ਉਹ ਐਮਐਲਏ ਨੂੰ ਐਮਐਲਏ ਸਮਝਣੋਂ ਹਟ ਗਿਆ। ਇੱਕ ਹਾਲ ਬਣ ਗਿਆ ਬਠਿੰਡੇ ਨਵਾਂ, ਤੇ ਉਹ ਨਵੇਂ ਹਾਲ ਦੇ ਵਿੱਚ ਆ ਕੇ ਮੀਟਿੰਗ ਸੀ। ਜਥੇਦਾਰ ਤੋਤਾ ਸਿੰਘ ਆਪਣੇ ਜ਼ਿਲ੍ਹੇ ਦੇ ਇੰਚਾਰਜ ਹੁੰਦੇ ਸੀ ਜੀ। ਤੋਤਾ ਸਿੰਘ ਹੋਰਾਂ ਨੇ ਜਦੋਂ ਦੇਖਿਆ ਵੀ ਆਪਾਂ ਤੱਕ ਮੀਟਿੰਗ ਕਰਨੀ ਹੈ, ਪ੍ਰਧਾਨਗੀ ਵਾਲੀ ਕੁਰਸੀ ਲਾਤੀ, ਨਾਲ ਮੇਰੇ ਤੇਰੇ ਅੱਗੇ ਹੋਰ ਵੀ ਵਹਾਤੇ, ਜਿਹੜੇ ਅਫਸਰ ਸੀਗੇ ਉਹ ਵਹਾਤੇ, ਐਮਐਲਏ ਨੂੰ ਵਹਾਤਾ ਥੱਲੇ ਹੇਠਲੇ ਪਾਸੇ ਮਨ ਚੁੱਚਾ ਬਣਾਇਆ ਸੀ। ਤੇ ਇੱਕ ਐਮਐਲਏ ਸੀ ਉਹਨਾਂ ਚੋਂ, ਉਹ ਸੀ ਤਾਂ ਅਕਾਲੀ ਦਲ ਦਾ, ਪਰ ਉਹਦਾ ਪਿਛੋਕੜ ਕਾਮਰੇਡਾਂ ਚੋਂ ਆਇਆ ਸੀ, ਉਹਨੂੰ ਲਿਖਣ ਪੜ੍ਹਨ ਦਾ ਸ਼ੌਕ ਸੀਗਾ ਜੀ। ਅਕਾਲੀਆਂ ਵਰਗਾ ਨੂੰ ਇਹ ਨਹੀਂ ਪਤਾ ਸੀਗਾ ਵੀ ਆਪਾਂ ਇਕੱਲੀ ਸਤਿ ਸ੍ਰੀ ਅਕਾਲ ਬੁਲਾਉਣੀ ਹੁੰਦੀ, ਅਫਸਰਾਂ ਨਾਲ ਕੋਈ ਆਪਣਾ ਸੰਬੰਧ ਵੀ ਹੈ। ਜਥੇਦਾਰ ਤੋਤਾ ਸਿੰਘ ਨੂੰ ਕਹਿੰਦਾ, ਤੋਤਾ ਸਿੰਘ ਜੀ ਆਹ ਕੀ? ਕਹਿੰਦਾ ਸਾਡਾ ਸਟੇਟਸ ਤਾਂ ਚੀਫ ਸੈਕਟਰੀ ਤੋਂ ਵੱਡਾ ਹੈ, ਤੇ ਆਹ ਸ਼੍ਰੀਮਾਨ ਜਿਹੜਾ ਇੱਥੇ ਬੈਠਾ ਹੈ, ਇਹ ਜਿਹਨੇ ਬਿਠਾਏ ਵੀ ਹੈ, ਇਹ ਸਾਨੂੰ ਸਮਝਦਾ ਕਿ ਇਹ ਤਾਂ ਵਿਧਾਇਕਾਂ ਦੀ ਬੇਇੱਜ਼ਤੀ ਹੈ, ਅਸੀਂ ਬਾਈਕਾਟ ਕਰਦੇ ਹਾਂ। ਇਹ ਸਾਰੇ ਬਾਈਕਾਟ ਕਰਕੇ ਜੀ ਲਾਲਾ ਲੱਲਾ ਹੋ ਗਈ। ਤੇ ਡੀਸੀ ਸਾਹਿਬ ਜਿਹੜੇ ਸੀਗੇ ਜੀ, ਡੀਸੀ ਸਾਹਿਬ ਨੂੰ ਫਿਰਨਾ ਫਿਰਿਆ ਵੀ ਆਪਾਂ ਲੈ, ਇਹ ਐਮਐਲਏ ਸਮਝਦੇ ਕੀ ਹੈ? ਐਮਐਲਏ ਤੇ ਵਜ਼ੀਰਾਂ ਦੇ ਖਿਲਾਫ ਰੈਜੂਲੇਸ਼ਨ ਪਾਸ ਕਰਤਾ। ਉਹ ਅਫਸਰਸ਼ਾਹੀ ਨੇ ਰੈਜੂਲੇਸ਼ਨ ਪਾਸ ਕਰਤਾ ਜੀ, ਇਹ ਇਸ ਤਰ੍ਹਾਂ ਕਰਦੇ ਆ, ਇਸ ਤਰ੍ਹਾਂ ਕਰਦੇ ਆ। ਉਹਦਾ ਜਦੋਂ ਪੈ ਗਿਆ ਤੇ ਅਖਬਾਰ ਚੜ ਕੇ ਖਬਰ ਲੱਗ ਗਈ ਜੀ, ਵੱਡੀ ਖਬਰ ਲੱਗ ਗਈ। ਉਸ ਖਬਰ ਤੋਂ ਬਾਅਦ ਬੀਬੀ ਉਪਿੰਦਰਜੀਤ ਕੌਰ ਹੁੰਦੇ ਜੀ, ਉਹਨਾਂ ਦੀ ਕੋਠੀ ਦੇ ਵਿੱਚ ਇੱਕ ਇਕੱਠ ਹੋਇਆ। ਸਾਰੇ ਵਜ਼ੀਰ ਬਹੁਤ ਗਿਣਤੀ ਇਕੱਠੇ ਹੋ ਗਏ, ਜਿਹੜੇ ਗੈਰਤਮੰਦ ਵਜ਼ੀਰ ਸੀ ਉਹ ਵੀ ਇਕੱਠੇ ਹੋ ਗਏ, ਜਿਹੜੇ ਐਮਐਲਏ ਸੀ। ਉਹ ਕਹਿੰਦੇ ਵੀ ਬਾਦਲ ਸਾਹਿਬ ਨੂੰ ਪੁੱਛ ਲਓ, ਫਿਰ ਜੇ ਸਾਡੀਆਂ ਦਾੜੀਆਂ ਇਹਨਾਂ ਤੋਂ ਪਟਾਉਣੇ ਤਾਂ ਫਿਰ ਅਸੀਂ ਆਪਣਾ ਭਾਈ ਅਕਾਲੀ ਦਲ ਨੂੰ ਸਤਿ ਸ੍ਰੀ ਅਕਾਲ ਕਰ ਦਈਏ। ਤੇ ਸਥਿਤੀ ਇਹ ਬਣ ਗਈ ਸੀ ਕਿ ਅਕਾਲੀ ਸਰਕਾਰ ਟੁੱਟਣ ਦੇ ਕਿਨਾਰੇ ਪਹੁੰਚ ਗਈ ਸੀ, ਬਹੁਤ ਘੱਟ ਲੋਕਾਂ ਨੂੰ ਪਤਾ। ਉਸ ਵੇਲੇ ਟੁੱਟਣ ਦੇ ਪਹੁੰਚ ਗਈ ਸੀ। ਤੇ ਫਿਰ ਬਾਦਲ ਸਾਹਿਬ ਨੇ ਕਿਹਾ ਭਾਈ ਇਹਨਾਂ ਨੂੰ ਬਦਲ ਦਿਓ, ਸਾਰਿਆਂ ਦੀ ਬਦਲੀ ਕੀਤੀ ਸੀ। ਇੱਕ ਬਚਿਆ ਸੀ ਬੰਦਾ, ਉਹ ਵੀ ਮਿਹਨਤ ਕਰ ਗਿਆ ਸੀ, ਉਹਦਾ ਨਾਂ ਸੀ ਅਜੈਬ ਸਿੰਘ ਭੱਟੀ, ਆਪਣਾ ਡਿਪਟੀ ਸਪੀਕਰ। ਹਾਂਜੀ, ਜਿਹੜੇ ਡਿਪਟੀ ਸਪੀਕਰ ਬਣੇ ਸੀ। ਬਾਕੀ ਤਾਂ ਸਥਿਤੀ ਇੰਨੀ ਭਿਆਨਕ ਹੋ ਗਈ ਸੀ,
ਸੋ ਮਾਨ ਸਾਹਿਬ ਨੇ ਕਹਿ ਜ਼ਰੂਰ ਦਿੱਤਾ, ਪਰ ਗੱਲ ਆ ਵੀ ਜਿਨ੍ਹਾਂ ਦੇ ਨਾਲ ਵਾਹ ਪੈਣਾ ਹੈ ਉਹ ਚੱਲਣ ਕਿੰਨਾ ਕੁ ਦੇਣਗੇ। ਬਹੁਤ ਵੱਡੇ ਡਿੱਕੇ ਖੜੇ ਕਰਨਗੇ। ਅਸੀਂ ਮਾਨ ਸਾਹਿਬ ਦਾ ਜੋ ਉਹਨਾਂ ਨੇ ਹੀਆ ਕੀਤਾ, ਜੋ ਉਦਮ ਕੀਤਾ ਭ੍ਰਿਸ਼ਟਾਚਾਰ ਖਤਮ ਕਰਨ ਨੂੰ, ਅਸੀਂ ਉਹਦੀ ਹਮਾਇਤ ਕਰਦੇ ਹਾਂ। ਬੇਨਤੀ ਕਰਦੇ ਹਾਂ ਵੀ ਇਹਨਾਂ ਤੇ ਕੰਟਰੋਲ ਵੀ ਰੱਖੋ, ਤੁਸੀਂ ਉੱਪਰੋਂ ਕਰ ਦਿਓ। ਅੱਜ ਅਫਸਰ ਨਾਲ ਨਾ ਮੇਰੀ ਗੱਲ ਸੁਣੋ, ਆ ਹੁਣ ਬਠਿੰਡੇ ਹੀ ਲੈ ਲਓ, ਲਾਇਸੈਂਸ ਰੀਨਿਊ ਕਰਾਉਣ ਜਾਣਾ ਹੈ, ਇੱਕ ਇਹਨਾਂ ਨੇ ਉਹ ਜਿਹੜੀ ਰੇਂਜ ਬਣਾਈ ਹੈ, ਪੈਸੇ ਤਾਂ ਇਹਨਾਂ ਨੇ ਰੇਂਜ ਵਾਸਤੇ ਇਕੱਠੇ ਕਰਨੇ, ਕਹਿੰਦੇ ਟ੍ਰੇਨਿੰਗ ਲੈ ਕੇ ਆਓ। ਮੈਂ ਇੱਕ ਡੀਸੀ ਸਾਹਿਬ ਏਡੀਸੀ ਕੋਲੇ ਚਲਾ ਗਿਆ, ਮੈਂ ਕਿਹਾ ਜਨਾਬ ਮੈਨੂੰ ਤੁਸੀਂ ਕਾਹਦੀ ਟ੍ਰੇਨਿੰਗ ਦਿਓਗੇ? ਕਹਿੰਦੇ ਜੀ ਕਿਵੇਂ? ਮੈਂ ਕਿਹਾ ਮੈਂ ਐਨਸੀਸੀ ਦੇ ਵਿੱਚ ਆਰਮੀ ਅਟੈਚਮੈਂਟ ਕੈਂਪ ਮੈਂ ਲਾਇਆ, ਪਿਸਤੌਲ ਤੋਂ ਲੈ ਕੇ ਰਾਕਟ ਲਾਂਚਰ ਤੱਕ ਚਲਾਇਆ। ਫਿਰ ਮੈਂ ਕਿਹਾ ਮੈਂ ਐਨਸੀਸੀ ਦਾ ਪੰਜਾਬ ਹਰਿਆਣਾ ਹਿਮਾਚਲ ਡਾਇਰੈਕਟੋਰੇਟ ਦਾ ਬੈਸਟ ਰਾਈਫਲ ਸ਼ੂਟਰ ਰਿਹਾ 7.62 ਦਾ। ਫਿਰ ਜੱਦੀ ਪੁਸ਼ਤੀ ਸਾਡੇ ਕੋਲੇ ਅਸਲੇ ਆ 3 ਪੁਸ਼ਤਾਂ ਤੋਂ, ਮੈਨੂੰ ਟ੍ਰੇਨਿੰਗ ਦੀ ਦੱਸੋ ਕਿਹੜੀ ਦੀ ਲੋੜ ਹੈ? ਤੇ ਮੈਂ ਕਿਹਾ ਉੱਥੇ ਮੈਂ ਕਿਹਾ ਜਿਹੜੀ ਨਾਲ ਦਿਓਗੇ ਮੈਂ ਵਰਤਣੀ ਨਹੀਂ, ਤੇ ਰੁਪਈਆ ਤੁਸੀਂ 5000 ਲੈ ਲੈਣਾ। ਇਹ ਵੀ ਤਾਂ ਇੱਕ ਰਿਸ਼ਵਤ ਹੈ। ਇਹਦਾ ਹਿਸਾਬ ਕਿਤਾਬ ਕੀ ਹੈ? ਬਿਲਕੁਲ ਬਿਲਕੁਲ। ਇੱਕ ਹੁਣ ਮੈਂ ਕਹਿੰਦੇ ਜੀ ਉਹ ਤਾਂ ਲੈਣੀ ਪਊ। ਮੈਂ ਕਿਹਾ ਮੈਨੂੰ ਇਹ ਦੱਸੋ ਮੈਨੂੰ ਟ੍ਰੇਨਿੰਗ ਕੀ ਦੇਊਗਾ ਉਹ ਬੰਦਾ? ਮੈਂ ਤਾਂ ਭਾਵੇਂ ਨੂੰ ਟ੍ਰੇਨਿੰਗ ਦੇ ਆਵਾਂ। ਨਹੀਂ, ਉਹ ਤਾਂ ਜਿਹੜੇ ਸਰਬੰਦ ਪੁਲਿਸ ਅਫਸਰ ਹੈ ਉਹਨਾਂ ਨੂੰ ਕਹੀ ਜਾਂਦੇ ਆ। ਹਾਂ ਦੱਸੋ, ਜਿਨ੍ਹਾਂ ਨੇ ਲਾਈਟ ਮਸ਼ੀਨ ਕਰਨਾ ਹੈਂਡਲ ਕੀਤੀ ਉਹਨਾਂ ਨੂੰ ਕਹੀ ਜਾਂਦੇ ਵੀ ਟ੍ਰੇਨਿੰਗ ਲੈ ਕੇ ਆਓ ਦਿਓ। ਇਹ ਕਰਪਸ਼ਨ ਹੀ ਹੋ ਰਹੀ ਕੀ ਹੈ? ਇਹਨੂੰ ਟੈਕਸ ਕਮਾਂਗੇ ਆਪਾਂ, ਸਰਕਾਰੀ ਗੁੰਡਾ ਟੈਕਸ ਹੈ ਬਸ। ਜੀ ਜੀ। ਸੋ ਇਹ ਗੁੰਡੇ ਟੈਕਸ ਜਿਹੜੇ ਫਿਰ ਇਹ ਵੀ ਤਾਂ ਫਿਰ ਇਹੀ ਤਾਂ ਗੱਲ ਹੈ ਨਾ। ਹੁਣ ਦੇਖੋ ਤੁਸੀਂ ਪਹਿਲਾਂ ਇੱਕ 'ਚ ਤੁਸੀਂ ਜਾਣਦੇ ਹੋਗੇ ਜਿਹੜੀ ਰੈੱਡ ਕਰਾਸ ਸੀਗੀ, ਰੈੱਡ ਕਰਾਸ ਨੂੰ ਸਿੱਧੇ ਤੌਰ ਦੇ ਉੱਤੇ ਮੈਂ ਕਹਿੰਦਾ ਵੀ ਰਖੇਲ ਦੀ ਤਰ੍ਹਾਂ ਦੇ ਉੱਤੇ ਡੀਸੀਆਂ ਨੇ ਵਰਤਿਆ। ਬਿਲਕੁਲ ਜਿਵੇਂ ਮਰਜ਼ੀ ਕੰਮ ਲੈ ਲਓ, ਜੋ ਪੈਸਾ ਮਰਜ਼ੀ ਕੱਢ ਲਓ। ਦੇਖੋ ਹੁਣ ਇੱਥੇ ਵੀ ਕਈ ਤੁਸੀਂ ਦੇਖਿਆ ਹੋਣਾ ਜਿਹੜਾ ਆਪਣੇ ਡੀਸੀ ਦਾ ਮੀਟਿੰਗ ਹਾਲ ਹੈ, ਉਹਦੇ ਤੇ ਕੀ ਇੱਕ ਇਹੋ ਜੀ ਸਰਕਾਰ ਵਿੱਤ ਮੰਤਰੀ ਜੀ ਨੇ ਉਹਦੇ ਕੰਨੀ ਦੇਖਿਆ ਵੀ ਕੀ ਇੱਕ ਮੀਟਿੰਗ ਹਾਲ ਦੇ ਉੱਤੇ ਇੰਨੇ ਕਰੋੜਾਂ ਰੁਪਈਆ ਲਾਉਣ ਦੀ ਜ਼ਰੂਰਤ ਹੈ? ਤੁਸੀਂ ਕੁਰਸੀਆਂ ਸਿੱਧੀਆਂ ਲਾ ਦਿਓ, ਗੱਲ ਖਤਮ ਹੋਈ। ਕਿਵੇਂ ਉਹਨੂੰ ਤੋੜ ਭੰਨ ਕੇ, ਕਿਵੇਂ ਉਹਦੀਆਂ ਕੰਧਾਂ ਤੇ ਲੱਕੜਾਂ ਚੜਾਈਆਂ, ਕਿਵੇਂ ਉੱਥੇ ਮਹਿੰਗੀਆਂ ਕੁਰਸੀਆਂ ਲੱਗੀਆਂ। ਬਿਲਕੁਲ ਬਿਲਕੁਲ। ਤੇ ਜੇ ਵਿੱਤ ਮੰਤਰੀ ਨੂੰ ਇੰਨਾ ਖਿਆਲ ਹੁੰਦਾ ਤਾਂ ਵਿੱਤ ਮੰਤਰੀ 63,500 ਦੇ ਉੱਤੇ ਜਿੱਤ ਕੇ ਅਸੈਂਬਲੀ 'ਚ ਕਿਉਂ ਪਹੁੰਚਦਾ? ਤੇ ਕਿੰਨੇ ਵਾਰੀ ਆ ਤੁਹਾਡੇ ਸੁਵਿਧਾ ਸੈਂਟਰ ਟੁੱਟ ਗਏ? ਇਹਨਾਂ ਨੂੰ ਪੁੱਛੋ ਵੀ ਕਿੰਨੇ ਵਾਰੀ ਤੋੜ ਕੇ ਬਣਾਤੇ ਸੁਵਿਧਾ ਸੈਂਟਰ। ਮੈਂ ਜਾਣਿਆ ਸਾਹਿਬ ਜਿਹੜਾ ਕਹਿੰਦਾ ਵੀ ਵਿੱਤ ਮੰਤਰੀ ਜਿੱਤ ਕੇ ਆਪ ਕਿਉਂ ਪਹੁੰਚਦਾ? 63,500 ਤੇ ਹਾਰਿਆ, ਪਿਛਲੀ ਵਾਰੀ 63,000 ਐਤਕੀ 63,500 ਤੇ ਹਾਰਿਆ। ਇਸੇ ਕਰਕੇ ਹਾਰਿਆ ਕਿਉਂਕਿ ਪਬਲਿਕ ਕਹਿੰਦਾ ਜੇ ਸਭ ਕੁਝ ਜਾਣਤੀ ਹੈ। ਬਿਲਕੁਲ। ਤੇ ਕਹਿੰਦੇ ਲਾਲੂ ਯਾਦਵ ਹੋਰਾਂ ਨੂੰ 8 ਘੰਟਿਆਂ ਬਾਅਦ ਏਮਸ 'ਚ ਫੇਰ ਕਿਵੇਂ ਭਰਤੀ ਕੀਤਾ ਜੀ? ਕੀ ਗੱਲ ਹੋ ਗਈ? ਲਾਲੂ ਯਾਦਵ ਬਿਮਾਰ ਹੈ ਜੀ, ਔਰ ਉਹਨੂੰ ਜਿਹੜੀ ਰਜਿੰਦਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਹੈ ਉੱਥੇ ਵਾਲਾ ਰਾਂਚੀ ਆ, ਉਹਦਾ ਇੱਕ ਮੈਡੀਕਲ ਬੋਰਡ ਹੈ ਤੇ ਉਹਨੇ ਕਿਹਾ ਕਿ ਇਹਦੀ ਹਾਲਤ ਬਹੁਤ ਮਾੜੀ ਹੈ, ਕ੍ਰਿਟੀਕਲ ਹਾਲਤ ਹੈ, ਤੇ ਇਹਨੂੰ ਵੀ ਏਮਸ ਨੂੰ ਰੈਫਰ ਕਰਤਾ ਜੀ। ਉਹ ਬੰਦੇ ਨੂੰ ਚਾਰਟਰਡ ਜਹਾਜ਼ 'ਚ ਉੱਥੇ ਲੈ ਕੇ ਆਏ, ਏਮਸ ਦਾਖਲ ਕੀਤਾ। ਸਵੇਰੇ 4 ਵਜੇ ਤੱਕ ਉਹਨੂੰ ਰੱਖਿਆ, ਉਹਨੂੰ ਸਾਰਾ ਕੁਝ ਚੈੱਕਅਪ ਕਰਨ ਤੋਂ ਬਾਅਦ ਕਹਿੰਦੇ ਜੀ ਡਿਸਚਾਰਜ ਕਰਤਾ। ਅੱਛਾ ਜੀ। ਜਦੋਂ ਡਿਸਚਾਰਜ ਕਰਤਾ ਤਾਂ ਫਿਰ ਜਿਹੜੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਹੈ ਰਾਸ਼ਟਰੀ ਜਨਤਾ ਦਲ, ਕੁਝ ਦੂਜੀਆਂ ਪਾਰਟੀਆਂ ਨੇ ਰੌਲਾ ਪਾ ਲਿਆ ਵੀ ਇਹ ਜਾਣ ਬੁੱਝ ਕੇ ਇੱਕ ਪੋਲੀਟੀਕਲ ਲੀਡਰ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ, ਉਹ ਕਤਲ ਕਰਨ ਦੀ ਸਾਜ਼ਿਸ਼ ਹੈ। ਜਦੋਂ ਇਹ ਰੌਲਾ ਪੈ ਗਿਆ ਫਿਰ ਇਮੀਡੀਏਟ ਦੁਬਾਰਾ ਲਿਆਂਦਾ ਗਿਆ, ਲਿਆ ਕੇ ਤੇ ਉਹਨਾਂ ਨੂੰ ਕਹਿੰਦੇ ਜੀ ਦੇਖੋ ਤੇ ਡਾਕਟਰਾਂ ਨੇ ਉਹਨੂੰ ਦਾਖਲ ਕਰ ਦਿਆ ਜੀ। ਹੁਣ ਤੁਸੀਂ ਇਹ ਸਥਿਤੀ ਦੇਖੋ ਕਿ ਇੱਕ ਬੰਦਾ ਜਿਹੜਾ ਮੁੱਖ ਮੰਤਰੀ ਰਿਹਾ, ਇੱਕ ਵਾਰੀ ਨਹੀਂ ਕਈ ਵਾਰੀ ਮੁੱਖ ਮੰਤਰੀ ਰਿਹਾ, ਤਾਂ ਆਪੋਜੀਸ਼ਨ ਦਾ ਇੱਕ ਵੱਡਾ ਲੀਡਰ ਹੈ। ਏਮਸ ਜਿਹੜਾ ਹੈਗਾ ਉਹ ਕਿਸੇ ਦੇ ਬਾਪ ਦੀ ਜ਼ਗੀਰ ਨਹੀਂ, ਭਾਰਤ ਦੇ ਲੋਕਾਂ ਦਾ। ਔਰ ਇਹ ਕੁਦਰਤ ਦਾ ਜਿਹੜਾ ਹੈਗਾ, ਕੁਦਰਤ ਦਾ ਵਿਧਾਨ ਹੈ ਕਿ ਜੇ ਬੰਦਾ ਕਿੱਡਾ ਹੀ ਪਾਪੀ ਹੋਵੇ, ਕਿੱਡਾ ਹੀ ਮਾੜਾ ਹੋਵੇ, ਉਹ ਬੰਦਾ ਮਰਦੇ ਬੰਦੇ ਨੂੰ ਬਚਾਉਣਾ ਚਾਹੀਦਾ, ਉਹਨੂੰ ਮਾਰਨਾ ਨਹੀਂ ਚਾਹੀਦਾ ਜੀ। ਜੇ ਕੋਈ ਬੰਦੇ ਨੇ ਕਿਸੇ ਨੇ ਕੋਈ ਕਤਲ ਵੀ ਕੀਤਾ ਹੋਵੇ, ਉਹਨੂੰ ਫਾਂਸੀ ਵੀ ਦਿੱਤੀ ਜਾਂਦੀ ਹੈ, ਉਹ ਤੋਂ ਵੀ ਪੁੱਛਿਆ ਜਾਂਦਾ ਵੀ ਤੇਰੀ ਆਖਰੀ ਇੱਛਾ ਕੀ ਹੈ ਭਾਈ, ਤੂੰ ਕੀ ਕਹਿਣਾ, ਕੀ ਲਿਖਣਾ ਚਾਹੁੰਦਾ, ਕਿਹਨੂੰ ਮਿਲਣਾ ਚਾਹੁੰਦਾ, ਉਹ ਵੀ ਗੱਲ ਕੀਤੀ ਜਾਂਦੀ ਬਿਲਕੁਲ। ਪਰ ਇੱਥੇ ਬੰਦੇ ਨੂੰ ਕਹਿੰਦੇ ਵੀ ਤੇਰੀ ਆਖਰੀ ਇੱਛਾ ਨਹੀਂ, ਸਾਡੀ ਆਖਰੀ ਇੱਛਾ, ਤੈਨੂੰ ਮਰਨਾ ਚਾਹੀਦਾ, ਤੇ ਮਰਨ ਵਾਲੇ ਧੱਕਿਆ ਜਾਂਦਾ ਹੈ। ਇਸ ਲੈ ਕੇ ਬੜਾ ਜਿਹੜਾ ਹੈਗਾ ਜੀ ਇਸ ਵੇਲੇ ਇੱਕ ਵਿਵਾਦ ਖੜਾ ਹੋਇਆ ਹੈ, ਔਰ ਇਹਦੇ ਤੇ ਸਗੋਂ ਡਿਮਾਂਡ ਕੀਤੀ ਹੈ ਉਹਦਾ ਜਿਹੜਾ ਦੂਜਾ ਮੁੰਡਾ ਤੇਜਸਵੀ ਯਾਦਵ ਹੈ, ਯਾਦਵ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਕੰਡੀਸ਼ਨਾਂ ਦੇ ਵਿੱਚ ਬੰਦੇ ਨੂੰ, ਜਿਹੜਾ ਬੰਦੇ ਦੀ ਹਾਲਤ ਮਾੜੀ ਹੋਵੇ, ਉਹ ਮਨੁੱਖਤਾ ਦੇ ਆਧਾਰ ਦੇ ਉੱਤੇ ਰਿਲੀਜ਼ ਕਰ ਦੇਣਾ ਚਾਹੀਦਾ ਜੇਲ੍ਹ ਚੋਂ, ਤਾਂ ਕਿ ਉਹ ਆਪਦਾ ਇਲਾਜ ਕਰ ਲੇ ਜੀ। ਇਲਾਜ ਕਰਵਾ ਲਵੇ, ਇਲਾਜ ਕਰਵਾਉਣ ਤੋਂ ਬਾਅਦ ਉਹਨੂੰ ਦੁਬਾਰਾ ਵੀ ਲੈਂਦਾ ਜਾ ਸਕਦਾ ਹੈ। ਲੇਕਿਨ ਜਿਹੜੀ ਇਹਨੂੰ ਤਾਂ ਆਪਾਂ ਇੱਕ ਗੈਰ ਮਨੁੱਖੀ ਪਹੁੰਚ ਕਰਾਂਗੇ, ਕਿਉਂਕਿ ਏਮਸ ਦਿੱਲੀ ਦਾ, ਹੁਣ ਤੁਸੀਂ ਇਹ ਦੇਖੋ ਕਿ ਜਦੋਂ ਖਬਰਾਂ ਅਖਬਾਰਾਂ ਤੇ ਆ ਰਹੀਆਂ, ਅਸੀਂ ਗੱਲਾਂ ਕਰ ਰਹੇ ਹਾਂ, ਦੇ ਵਿੱਚ ਭਾਰਤ ਦੀ ਸਥਿਤੀ ਕੀ ਹੋਊਗੀ ਜਿਹਨੇ ਮਨੁੱਖੀ ਅਧਿਕਾਰਾਂ ਸੰਬੰਧੀ ਚਾਰਟਰ ਦੇ ਉੱਤੇ ਦਸਤਖਤ ਕੀਤੇ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਾਂਗੇ ਜੀ।
ਅੱਛਾ ਇੱਕ ਚੀਜ਼ ਦੱਸੋ, ਬੜਾ ਰੌਲਾ ਜਿਹਾ ਪਈ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਵੀ, ਕਹਿੰਦੇ 400 ਕਿਊਸਿਕ ਪਾਣੀ ਵੱਧ ਜਾਣ ਲੱਗ ਪਿਆ ਦਿੱਲੀ ਨੂੰ, ਜਿਹੜਾ ਨਹੀਂ ਜਾਂਦਾ ਸੀ ਕਿਤੇ ਸਰਕਾਰ ਬਣਨ ਸਾਰ। ਉਹਦੀ ਕੋਈ ਪਤਾ ਲੱਗਿਆ, ਕੋਈ ਤੁਸੀਂ ਇੱਥੇ ਚੰਡੀਗੜ੍ਹ ਬਹਿ ਕੇ ਗੱਲ ਕੱਢੀ ਹੋਵੇ? ਨਹੀਂ ਜੀ, ਮੈਨੂੰ ਉਹਦੀ ਜਾਣਕਾਰੀ ਨਹੀਂ ਸੀ। ਅਸਲ ਦੇ ਵਿੱਚ ਮੈਂ ਚੰਡੀਗੜ੍ਹ ਕਿਸੇ ਪ੍ਰਾਈਵੇਟ ਕੰਮ ਗਿਆ ਸੀ ਤੇ ਮਾੜਾ ਮੋਟੀ ਕੋਈ ਸੂਹ ਲੱਗ ਜਾਂਦੀ ਸੀ ਤਾਂ ਤੁਹਾਨੂੰ ਪਤਾ ਵੀ ਆਪਾਂ ਪੱਤਰਕਾਰ ਆ, ਥੋੜਾ ਬਹੁਤਾ ਲੱਗ ਜਾਂਦਾ, ਆਪਾਂ ਉਹਦੀ ਗੱਲਬਾਤ ਕਰ ਲੈਂਦੇ ਹੁੰਦੇ ਆ। ਮੈਨੂੰ ਪਤਾ ਲੱਗੀ ਸੀ, ਦੇਖ ਲੈਂਦੇ। ਕਿਉਂਕਿ ਇਹਦੇ 'ਚ ਮੈਂ ਦੇਖਿਆ ਨਾ, ਕਿਉਂਕਿ ਆਪਾਂ ਨੂੰ ਇਹ ਚੀਜ਼ ਪਤਾ ਕਿ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਨਾ, ਹਾਂਜੀ, ਤੇ ਲੋਹਗੜ੍ਹ ਹੈੱਡ ਤੋਂ ਜਿਹੜੀ ਸਰਹੰਦ ਫੀਡਰ ਸੀ ਉਹਦੇ ਵਿੱਚੋਂ ਕਰਨੀ ਸਿੰਘ ਬ੍ਰਾਂਚ ਨਿਕਲਦੀ ਇੱਕ, ਹਾਂਜੀ, ਉਹਦਾ ਪਾਣੀ ਜਿਹੜਾ ਵਧਾ ਦਿੱਤਾ ਸੀ ਹਾਂਜੀ, ਅਨਅਫੀਸ਼ੀਅਲੀ, ਪਰ ਹਾਂਜੀ। ਜਿਹੜੀ ਉਹਦੀ ਪਮੈਸ਼ ਲਈ ਜਾਂਦੀ ਸੀ, ਜਦੋਂ ਰਾਜਸਥਾਨ ਵਾਲੇ ਲੈਂਦੇ ਸੀ ਉਹ ਵੱਧ ਆਉਂਦੀ ਸੀ, ਜਿੱਥੋਂ ਛੱਡਦੇ ਸੀ ਉੱਥੇ ਉਹੀ ਸ਼ੋਅ ਕਰਦੀ ਸੀ। ਆਹ ਖਨੌਰੀ ਕੋਲੋਂ ਵੀ ਜਿਹੜੀਆਂ ਹੈਗੀਆਂ ਕਿਨਾਰੇ ਉੱਚੇ ਕੀਤੇ ਹੋਏ ਆ, ਹਾਂ, ਜਿਹੜੀ ਸਤਲੁਜ ਜਮਨਾ ਲਿੰਕ ਨਹਿਰ ਬੰਦ ਕੀਤੀ ਵੀ ਹੈ, ਤੇ ਜਿਹਦੀ ਉਸਾਰੀ ਰੁਕ ਗਈ, ਉਸਾਰੀ ਭਾਵੇਂ ਰੁਕ ਗਈ ਹੈ ਕਿ ਪਾਣੀ ਤਾਂ ਜਾ ਰਿਹਾ ਉਹਨੇ ਜਿੰਨਾ ਨਹੀਂ ਉਹ ਜਿਹੜਾ ਇਹਨਾਂ ਨੇ ਹਾਂਸੀ ਬਟਾਣਾ ਨਹਿਰ ਕੱਢੀ ਆਈ ਖਨੌਰੀ ਤੋਂ ਕੱਢ ਕੇ, ਕੀ ਕਹਿੰਦੇ ਚਾਲੂ ਵੀ ਕਰਤੀ ਉਹਨਾਂ ਨੇ। ਉਹਦੇ ਚ ਪਾਣੀ ਫਿਰ ਉਹੀ ਪੈਂਦਾ ਨਾ, ਪਛਾਣ ਨਹੀਂ ਰਹੇ ਤੇ ਜਿਹੜੀਆਂ ਕੰਧਾਂ ਉਹਦੇ ਕਿਨਾਰੇ ਉੱਚੇ ਕਰਕੇ ਉਹ ਪਾਣੀ, ਕਿਉਂਕਿ ਜਦੋਂ ਆਪਾਂ ਕਿਨਾਰੇ ਉੱਚੇ ਕਰਾਂਗੇ ਲੈਵਲ ਤੁਹਾਨੂੰ ਪਤਾ ਥੱਲੇ ਉੱਚੀ ਆਉਂਦਾ, ਉੱਪਰੋਂ ਚੌੜਾ ਹੁੰਦਾ ਹੈ। ਹਾਂ ਹਾਂ ਹਾਂ, ਫੁੱਟ ਵੀ ਹੋ ਜਾਂਦਾ, ਪਾਣੀ ਬਹੁਤ ਹੋ ਜਾਂਦਾ ਹੈ। ਬਹੁਤ 4 ਉਂਗਲਾਂ ਨਾਲ ਹੀ ਪਾਣੀ ਜੀ, ਖਾਲੇ 'ਚ ਹੀ 2 ਉਂਗਲ ਪਾਣੀ ਵੱਧ ਜੇ ਤਾਂ ਕਿਤੇ ਦੀ ਕਿਤੇ ਗੱਲ ਬਣ ਜਾਂਦੀ ਹੈ। ਬਿਲਕੁਲ ਬਿਲਕੁਲ ਜਾ ਰਿਹਾ ਜੀ, ਪਾਣੀ ਤਾਂ ਉਹਦਾ ਬਹੁਤ ਲੰਬੇ ਸਮੇਂ ਤੋਂ ਜਾ ਰਿਹਾ। ਹਾਂਜੀ, ਪਰ ਹੁਣ ਕਿੰਨਾ ਜਾਂਦਾ ਉਹ ਰੱਬ ਜਾਣਦਾ। ਉਹ ਹਰਿਆਣੇ ਨੂੰ ਤਾਂ ਜਾ ਰਿਹਾ ਜੀ, ਹਰਿਆਣਾ ਦਿੱਲੀ ਨੂੰ ਕਿੰਨਾ ਦੇ ਰਿਹਾ, ਇਹ ਦੇਖਣ ਵਾਲੀ ਗੱਲ ਹੈ। ਬਿਲਕੁਲ। ਤੇ ਕਸ਼ਮੀਰ ਫਾਈਲ ਦਾ ਕਹਿੰਦੇ ਜੀ ਕੀ ਆ ਰਿਹਾ, ਕਹਿੰਦੇ ਨਾ ਪੱਖੀ ਫਿਰਕੂ ਪ੍ਰਭਾਵ ਪੈ ਰਿਹਾ। ਬਿਲਕੁਲ ਜੀ ਪੈ ਰਿਹਾ। ਆਪਾਂ ਗੱਲ ਕੀਤੀ ਸੀ ਨਿਆਜ਼ ਖਾਨ ਦੀ। ਨਿਆਜ਼ ਖਾਨ ਇੱਕ IAS ਅਫਸਰ ਮੱਧ ਪ੍ਰਦੇਸ਼ ਦਾ, ਉਹਨੂੰ ਨੋਟਿਸ ਦੇ ਦਿੱਤੇ ਹੈ ਜੀ। ਨੋਟਿਸ ਉਹਨੂੰ ਇਹ ਦਿੱਤੇ ਹੈ ਕਿ ਤੂੰ ਸਰਵਿਸ ਦੇ ਵਿੱਚ ਹੁੰਦਿਆਂ ਇਹ ਗੱਲ ਕਿਉਂ ਕਹੀ ਹੈ ਕਿ ਮੈਂ ਇੱਕ ਕਿਤਾਬ ਲਿਖੂੰਗਾ ਤੇ ਜਿਹੜੀ ਕਿਤਾਬ ਇੱਕ ਮਸੌਦਾ ਬਣੇ ਇੱਕ ਨਵੀਂ ਫਿਲਮ ਦਾ, ਜਿਹਦੇ ਵਿੱਚ ਕਸ਼ਮੀਰ ਫਾਈਲਸ ਦਾ, ਅਸਲ ਕਸ਼ਮੀਰ ਫਾਈਲਸ ਵਰਗੀ ਕਹਾਣੀ ਹੋਵੇ ਕਿ ਮੁਸਲਮਾਨਾਂ ਤੇ ਕਸ਼ਮੀਰ ਦੇ ਵਿੱਚ ਕਿੰਨਾ ਤਸ਼ੱਦਦ ਹੋ ਰਿਹਾ ਹੈ, ਉਸ ਵੱਲੋਂ ਕਿੰਨਾ ਕੁਛ ਕੀਤਾ ਜਾ ਰਿਹਾ। ਮੈਂ ਉਹ ਗੱਲ ਕਰੂੰਗਾ। ਉਹ ਬੰਦੇ ਨੂੰ ਨੋਟਿਸ ਜਾਰੀ ਕਰ ਦਿੱਤੇ ਹੈ ਜੀ ਮੱਧ ਪ੍ਰਦੇਸ਼ ਦੀ ਸਰਕਾਰ ਜੀ। ਪਰ ਇਹਦੇ ਨਾਲ ਹੀ ਇੱਕ ਅਸਰ ਹੋਰ ਹੋਇਆ ਕਿ ਜੋ ਭਾਰਤੀ ਜਨਤਾ ਪਾਰਟੀ ਤੇ RSS ਦਾ ਕਮਿਊਨਲ ਏਜੰਡਾ ਹੈ, ਇਸ ਕਿਸਮ ਦੀਆਂ ਫਿਲਮਾਂ ਬਣਾਓ, ਫਿਲਮਾਂ ਬਣਾਉਣ ਵਾਲਿਆਂ ਨੂੰ ਪੈਸਾ ਬਣ ਜਾਂਦਾ ਤੇ ਇਹਨਾਂ ਦਾ ਪੋਲੀਟੀਕਲ ਮਸਲਾ ਹੱਲ ਹੁੰਦਾ ਹੈ। ਉਹਦੇ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਇੱਕ ਦੂਜੇ ਭਾਈਚਾਰੇ ਪ੍ਰਤੀ ਨਫ਼ਰਤ ਫੈਲਾਈ ਜਾਵੇ, ਮੁਸਲਮਾਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਨਫ਼ਰਤ ਦਾ ਪਾਤਰ ਬਣਾਇਆ ਜਾਵੇ। ਜੇ ਦਾ ਪਾਤਰ ਬਣਨਗੇ ਤਾਂ ਹਿੰਦੂ ਭਾਈਚਾਰਾ ਇੱਕ ਮੁੱਠ ਹੋਊਗਾ ਤੇ ਉੱਥੋਂ ਹਿੰਦੂ ਭਾਈਚਾਰੇ ਨੂੰ ਉਸ ਜਮਾਤ, ਉਸ ਪਾਰਟੀ ਦੇ ਲਈ ਵਰਤਿਆ ਜਾਵੇ ਜਿਹੜੀ ਪਾਰਟੀ ਆਪਣੇ ਆਪ ਨੂੰ ਹਿੰਦੂਤਵ ਦੀ ਸਭ ਤੋਂ ਵੱਡੀ ਮੁਦਈ ਸਮਝਦੀ ਹੈ ਜੀ। ਇਹ ਹੱਕ ਵਿੱਚ ਵੋਟਾਂ ਭੁਗਤਾਈਆਂ ਜਾ ਸਕਣ। ਮੈਂ ਖਬਰ ਦੇਖ ਰਿਹਾ ਸੀਗਾ, ਉਹ ਖਬਰ ਇਹ ਹੈ ਕਿ ਇੱਕ ਮੁਸਲਮਾਨ, ਕਸ਼ਮੀਰੀ ਮੁਸਲਮਾਨ ਦਿੱਲੀ ਜਾਂਦਾ ਹੈ, ਉਹਨੇ ਪਹਿਲਾਂ ਹੀ ਆਪਣਾ ਇੱਕ ਕਮਰਾ ਜਿਹੜਾ ਹੈਗਾ ਉਹ ਬੁੱਕ ਕਰਵਾ ਲਿਆ ਸੀ ਇੱਕ ਏਜੰਸੀ ਰਾਹੀਂ ਜੀ। ਜਦੋਂ ਉਸ ਹੋਟਲ ਦੇ ਵਿੱਚ ਜਾਂਦਾ ਹੈ ਤੇ ਹੋਟਲ ਦੀ ਜਿਹੜੀ ਰਿਸੈਪਸ਼ਨਿਸਟ ਆ ਉਹਨੂੰ ਕਹਿੰਦੇ ਜੀ ID ਦਿਓ, ਆਪਣਾ ID ਕਾਰਡ ਦਿੰਦਾ, ਉਹ ਜਿਹੜਾ ਆਧਾਰ ਕਾਰਡ ਹੈ ਤੇ ਉਹਦੇ ਵਿੱਚ ਉਹਦਾ ਕਸ਼ਮੀਰੀ ਆ। ਉਹ ਕਹਿੰਦੀ ਜੀ ਨਹੀਂ ਇਹ ID ਚਲੇਗੀ ਨਹੀਂ। ਉਹ ਕਹਿੰਦਾ ਜੀ ਆ ਮੇਰਾ ਪਾਸਪੋਰਟ ਲੈ ਲਓ। ਉਹ ਕਹਿੰਦੀ ਜੀ ਵੀ ਇਹ ਵੀ ਨਹੀਂ ਚਲੇਗਾ। ਕਹਿੰਦੀ ਕੀ ਗੱਲ ਹੈ? ਕਹਿੰਦੀ ਜੀ ਕਸ਼ਮੀਰ ਵਾਲੀ ID ਨਹੀਂ ਚਾਹੀਦੀ, ਕੋਈ ਹੋਰ ID ਦਿਓ। ਉਹ ਕਹਿੰਦਾ ਮੈਂ ਜੰਪਲ ਕਸ਼ਮੀਰ ਦਾ ਰਹਿਣਾ, ਕਸ਼ਮੀਰ ਦੇ ਵਿੱਚ ਮੈਂ ਹੋਰ ID ਕਿੱਥੋਂ ਦੇਵਾਂ? ਕਿੱਥੋਂ ਦੇ ਦਿਆਂ? ਹਾਂ, ਤੁਸੀਂ ਕਸ਼ਮੀਰ ਦੀ ID ਨੂੰ ਇਗਨੋਰ ਕਿਉਂ ਕਰਦੇ ਹੋ? ਕਹਿੰਦੀ ਜੀ ਮੈਨੂੰ ਨਹੀਂ ਪਤਾ, ਹੁਕਮ ਹੈ। ਕਹਿੰਦੇ ਕਿਹਦਾ ਹੁਕਮ ਹੈ? ਕਹਿੰਦੀ ਪੁਲਿਸ ਦਾ ਹੁਕਮ ਹੈ। ਉਹ ਕਹਿੰਦਾ ਮੇਰੀ ਗੱਲ ਕਰਾਓ ਕਿਸੇ ਨਾਲ। ਫਿਰ ਉਹ ਆਪਦੇ ਬੌਸ ਨਾਲ ਜਾਂ ਮਾਲਕ ਨਾਲ ਗੱਲ ਕਰਦੀ ਹੈ ਕੁੜੀ, ਤੇ ਵੀ ਕਹਿੰਦਾ ਨਹੀਂ ਜੀ ਕਸ਼ਮੀਰ ਜਿਹੜਾ ਬੰਦਾ ਕਸ਼ਮੀਰੀ ID ਵਾਲਾ ਬੰਦਾ, ਤੇ ਖਾਸ ਕਰਕੇ ਜਿਹਦੇ ਨਾਲ ਉਹਦੇ ਭਾਈਚਾਰੇ ਦੀ ਪਛਾਣ ਹੁੰਦੀ ਹੋਵੇ, ਉਹ ਦਾਖਲਾ ਨਹੀਂ ਦੇਣਾ। ਹੁਣ ਇਹ ਦਾਨੇਵਾਲੀਆ ਸਾਹਿਬ ਜਿਹੜੀ ਨਫ਼ਰਤ ਇੱਥੋਂ ਤੱਕ ਫੈਲ ਗਈ ਭਾਈਚਾਰਾ ਦੀ, ਹੋਟਲਾਂ 'ਚ ਦਾਖਲੇ ਮਿਲਣੇ ਬੰਦ ਹੋ ਜਾਣ, ਫਿਰ ਤੁਸੀਂ ਦੇਖੋ ਕਿ ਇਹ ਜਾ ਕਿੱਧਰ ਨੂੰ ਰਿਹਾ, ਦੇਸ਼ ਕਿੱਧਰ ਨੂੰ ਜਾ ਰਿਹਾ। ਅਸੀਂ ਕੌਮਾਂਤਰੀ ਪੱਧਰ ਦੇ ਉੱਤੇ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੇ ਕਿ ਅਸੀਂ ਸਭ ਤੋਂ ਵੱਡੇ ਸੈਕੂਲਰ ਆ, ਤੇ ਬਹੁਤ ਭਾਈਚਾਰਿਆਂ ਦਾ ਇਹ ਦੇਸ਼ ਹੈ। ਲੇਕਿਨ ਇਸ ਦੇਸ਼ ਦੇ ਵਿੱਚ ਇੱਕ ਜਿਹੜਾ ਵਿਸ਼ੇਸ਼ ਭਾਈਚਾਰੇ ਨੂੰ ਟਾਰਗੇਟ ਕਰਨ ਵਾਸਤੇ ਪਹਿਲਾਂ ਤਾਂ ਕਿੰਨਾ ਵੱਡਾ ਨੰਬਰ ਫਾਈਲਾਂ ਦੀ ਫਿਲਮ ਬਣਾਈ ਗਈ, ਉਸ ਫਿਲਮ ਦਾ ਟੈਕਸ ਮਾਫ ਕੀਤਾ ਗਿਆ ਤੇ ਬਹੁਤ ਸਾਰੇ ਥਾਵਾਂ ਤੇ ਤਾਂ ਕਹਿੰਦੇ ਸਰਕਾਰੀ ਤੌਰ ਦੇ ਉੱਤੇ ਉਹ ਫਿਲਮ ਦਿਖਾਈ ਵੀ ਜਾ ਰਹੀ ਹੈ ਜੀ। ਇਹਦਾ ਜਿਹੜਾ ਨੈਗੇਟਿਵ ਤੇ ਜਿਹੜਾ ਕਮਿਊਨਲ ਪ੍ਰਭਾਵ ਹੈ ਉਹ ਸਪਸ਼ਟ ਹੁਣ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਇਹ ਬਹੁਤ ਬਹੁਤ ਖਤਰਨਾਕ ਪਾਸੇ ਨੂੰ ਜਾ ਰਿਹਾ ਹੈ। ਤੇ ਇਹਦੇ ਨਾਲ ਹੁਣ ਜੇ ਆਪਾਂ ਕਹੀਏ ਕਸ਼ਮੀਰ ਫਾਈਲਸ ਦੇ ਜਰੀਏ ਦਿਖਾਇਆ ਜਾ ਰਿਹਾ ਹੈ ਕਿ ਕਸ਼ਮੀਰੀ ਪੰਡਤਾਂ ਨਾਲ ਕਸ਼ਮੀਰ ਦੇ ਵਿੱਚ ਕੀ ਹੁੰਦੀ ਹੈ। ਜਿਹੜੇ ਕੋਈ ਬੱਚੇ ਖੁੱਚੇ ਹੈਗੇ ਕਸ਼ਮੀਰੀ ਪੰਡਤ ਜਾਂ ਮਤਲਬ ਗੈਰ ਮੁਸਲਮਾਨ ਲੋਕ, ਇਹ ਰਾਹ ਦੇ ਵਿੱਚ ਵੀ ਕੰਡੇ ਬੀਜੇ ਜਾ ਰਹੇ ਹੈ। ਪਰ ਕਿਉਂਕਿ ਪੋਲੀਟੀਕਲ ਬੰਦੇ ਜਿਹੜੇ ਹੁੰਦੇ ਉਹਨਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਹੁੰਦੀਆਂ। ਬਿਲਕੁਲ ਜੀ। ਔਰ ਮਨੁੱਖਤਾ ਦੇ ਖੂਨ ਦੇ ਵਿੱਚ ਉਹਨਾਂ ਨੇ ਆਪਣਾ ਜਿਹੜੀਆਂ ਉਹ ਸਿਆਸੀ ਰੋਟੀਆਂ ਵਾਲਾ ਆਟਾ ਉਹ ਗੁੰਨਣਾ ਹੁੰਦਾ ਹੈ।
ਸਾਰਾ ਕੁਝ ਗੁੰਨਿਆ ਜਾ ਰਿਹਾ ਹੈ। ਤੋਬਾ ਤੋਬਾ, ਭਾਰਤ ਨੂੰ ਲੈ ਕੇ ਕਿਹੜੇ ਪਾਸੇ ਜਾ ਰਹੇ ਹੈ। ਇਹ ਬਾਬੇ ਨਾਨਕ ਦਾ, ਬਾਬੇ ਸ਼ੇਖ ਫਰੀਦ ਦਾ ਜਿਹੜਾ ਭਾਰਤ ਸੀ, ਉਹ ਭਾਰਤ ਕਿਹਦਾ ਬਣ ਗਿਆ? ਮਹਾਤਮਾ ਗਾਂਧੀ ਜਾਂ ਸਰਦਾਰ ਪਟੇਲ ਦਾ ਭਾਰਤ ਤਾਂ ਇਹ ਰਿਹਾ ਨਹੀਂ ਰਿਹਾ। ਬਿਲਕੁਲ ਜੀ, ਬਿਲਕੁਲ। ਬਹੁਤ ਹੀ ਜਿਹੜੀ ਹੈਗੀ ਜਨ ਕਮਾਊ ਰਿਪੋਰਟ ਆ ਰਹੀਆਂ ਜੀ। ਇਹਦਾ ਢਿੱਲੋਂ ਸਾਹਿਬ ਅੱਗੇ ਕੀ ਅਸਰ ਪੈਣਾ ਹੈ? ਮੈਨੂੰ ਤਾਂ ਲੱਗਦਾ ਕਿ ਸਿਵਲ ਵਾਰ ਕੰਨੀ ਤਾਂ ਨਹੀਂ ਧੱਕਿਆ ਜਾ ਰਿਹਾ ਕਿਤੇ। ਨਹੀਂ, ਸਿਵਲ ਵਾਰ ਕੰਨੀ ਨਹੀਂ। ਤੁਸੀਂ ਦੁਨੀਆ ਦਾ ਇਤਿਹਾਸ ਪੜ੍ਹ ਕੇ ਦੇਖੋ, ਕੋਈ ਮੁਲਕ ਡਿਸਇੰਟੈਗਰੇਟ ਉਦੋਂ ਆਉਂਦਾ ਜਦੋਂ ਮੁਲਕ ਦੇ ਵਿੱਚ ਮੁਲਕ ਦੇ ਵੱਖ-ਵੱਖ ਫਿਰਕਿਆਂ ਦੇ ਦਰਮਿਆਨ ਨਫ਼ਰਤ ਪੈਦਾ ਹੋ ਜੇ, ਉਹ ਇੱਕ ਦੂਜੇ ਦੇ ਦੁਸ਼ਮਣ ਬਣ ਜਾਣ। ਉਹ ਇਸੇ ਦੁਸ਼ਮਣਾਂ ਨੂੰ ਫਿਰ ਇਹ ਮੌਕਾ ਮਿਲਦਾ ਹੈ ਕਿ ਉਹ ਉਹਨਾਂ ਨੂੰ ਇਸਤੇਮਾਲ ਕਰਨ ਆਪਣੇ ਕੋਝੇ ਹਿੱਤਾਂ ਦੀ ਖਾਤਰ ਜੀ। ਤੇ ਆਂਢ ਗੁਆਂਢ ਦੇ ਵਿੱਚ ਜਿਹੜੇ ਸਾਡੇ ਦੇਸ਼ ਆ, ਅਸੀਂ ਕੂਕਦੇ ਹਾਂ, ਅਸੀਂ ਵਾਰੀ ਇਲਜ਼ਾਮ ਲਾਉਂਦੇ ਰਹੇ ਆ, ਬਹੁਤ ਲੰਬੇ ਸਮੇਂ ਤੋਂ ਲਾਉਂਦੇ ਆ ਤੇ ਅੱਜ ਲੱਗ ਰਹੇ ਹੈ ਕਿ ਪਾਕਿਸਤਾਨ ਦੀ ISI ਪੰਜਾਬ 'ਚ ਗੜਬੜ ਕਰਾ ਰਹੀ ਹੈ, ਕਸ਼ਮੀਰ 'ਚ ਗੜਬੜ ਕਰਾ ਰਹੀ ਹੈ। ਅੱਜ ਅਸੀਂ ਕਹਿ ਰਹੇ ਕਿ ਉਹ ਡਰੋਨਸ ਦੇ ਰਾਹੀਂ ਹਥਿਆਰ ਤੇ ਨਸ਼ੀਲੇ ਪਦਾਰਥ ਸੁਢਵਾ ਰਹੇ ਹੈ। ਗੱਲਾਂ ਜਿਹੜੀਆਂ ਹੈਗੀਆਂ ਜਹਾਜ਼ ਤਾਂ ਉਸੇ ਪਾਸੇ ਨੂੰ ਰਹੇ ਜੀ। ਇਹਨਾਂ ਨੂੰ ਆਪਾਂ ਆਪਣੇ ਬੰਦਿਆਂ ਦੇ ਵਿੱਚ ਆਪਸੀ ਨਫ਼ਰਤ ਪਵਾ ਦਿਆਂਗੇ ਤੇ ਜਿਹਦਾ ਘਰ ਫਟਿਆ ਹੋਵੇ, ਘਰ ਫਟ ਜੇ ਤਾਂ ਫਿਰ ਸ਼ਰੀਕਾਂ ਨੂੰ ਕੋਈ ਲੋੜ ਨਹੀਂ ਹੁੰਦੀ ਤੁਹਾਡੇ ਤੇ ਅਟੈਕ ਕਰਨ ਦੀ। ਉਹ ਤੁਹਾਨੂੰ ਆਪਸ ਵਿੱਚ ਲੜਾ ਕੇ ਮਰਵਾਉਂਦੇ ਆ। ਤੇ ਜਦੋਂ ਕਹਿੰਦੇ ਨੇ ਨਾ ਰੱਸੀਆਂ ਧਰ ਮਿਲਣਗੇ ਔਤ ਗਈਆਂ ਦੀਆਂ ਸ਼ਾਮਾਂ, ਫਿਰ ਔਤ ਵੀ ਹੁੰਦੇ, ਆਪਣੀਆਂ ਥਾਵਾਂ ਵੀ ਬਣੀਆਂ ਜਾਂਦੀਆਂ ਰੱਸੀਆਂ। ਬਿਲਕੁਲ, ਉਦੋਂ ਮੁਲਕ ਡਿਸਇੰਟੈਗਰੇਟ ਹੁੰਦੇ ਆ, ਮੁਲਕ ਟੁੱਟ ਭੱਜ ਦਾ ਸ਼ਿਕਾਰ ਹੁੰਦੇ ਆ। ਸੋ ਕੋਈ ਹੋਰ ਖਾਸ ਜੀ ਜਾਣ ਤੋਂ ਪਹਿਲਾਂ ਬਸ ਥੈਂਕ ਯੂ ਜੀ ਵੈਰੀ ਮਚ। ਸਭ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ। ਫਿਰ ਸ਼ਿਵਿੰਦਰ ਜੀ ਨਾਲ ਗੱਲਬਾਤ ਅੱਗੇ ਤੋਂ।